ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਮਨੁੱਖੀ ਅਧਿਕਾਰਾਂ ਦੀ, ਹਿਊਮਨ ਰਾਈਟਸ ਦੀ। ਤੇ ਇਸ ਸਬਜੈਕਟ ਦੇ ਉੱਤੇ ਗੱਲਬਾਤ ਕਰਨ ਵਾਸਤੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸ਼੍ਰੀ ਗੁਰਮੀਤ ਸਿੰਘ ਪਲਾਹੀ ਜੀ, ਵਰਿਸ਼ਠ ਪੱਤਰਕਾਰ, ਸੀਨੀਅਰ ਜਰਨਲਿਸਟ। ਵੈਲਕਮ ਟੂ ਦ ਸ਼ੋ ਸਰ। ਮਿਹਰਬਾਨੀ ਸਰ। ਸੰਜੀਵ ਜੀ, ਸਭ ਨੂੰ ਸਤਿ ਸ਼੍ਰੀ ਅਕਾਲ। ਪਲਾਹੀ ਸਰ, ਮਨੁੱਖੀ ਅਧਿਕਾਰ, ਹਿਊਮਨ ਰਾਈਟਸ ਇੱਕ ਆਮ ਇਨਸਾਨ ਨੂੰ ਸਮਝਣੇ ਹੋਣ ਤਾਂ ਕਿੱਦਾਂ ਸਮਝੇ? ਦੇਖੋ, ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਦੇ ਆ ਜੀ, ਬਿਨਾਂ ਕਿਸੇ ਡਰ ਤੋਂ ਗੱਲਾਂ ਕਰਦੇ ਆ, ਜੀ, ਕਿਸੇ ਬਾਰੇ ਗੱਲਾਂ ਕਰਦੇ ਆ, ਔਰ ਜੇ ਸਾਡੀਆਂ ਗੱਲਾਂ ਉਹ ਕੋਈ ਸੁਣਦਾ ਹੈ, ਕਿਸੇ ਨੂੰ ਕੋੜੀਆਂ ਲੱਗਦੀਆਂ ਨੇ ਤੇ ਉਹ ਜੀ, ਆਪਣਾ ਵਿਚਾਰ ਪ੍ਰਗਟ ਕਰ ਸਕਦਾ। ਪਰ ਜੇ ਉਹ ਡੰਡਾ ਲੈ ਕੇ ਤੁਹਾਡੇ ਮਗਰ ਤੁਰ ਪਏ ਤੇ ਇਹਦਾ ਮਤਲਬ ਸਿੱਧੇ ਲਫ਼ਜ਼ਾਂ ਵਿੱਚ ਇਹ ਹੋਏਗਾ ਕਿ ਉਹ ਤੁਹਾਡੇ ਅਧਿਕਾਰਾਂ ਦੇ ਉੱਤੇ ਹਮਲਾ ਕਰ ਰਿਹਾ। ਦੂਜੇ ਪਾਸੇ ਜੇ ਮੈਂ ਇਹ ਗੱਲ ਕਹਾਂ ਕਿ ਮੈਂ ਕਿਸੇ ਨੂੰ ਗਾਲਾਂ ਕੱਢ ਰਿਹਾ ਜੀ, ਤੇ ਉਹ ਮੇਰੇ ਦੁਆਲੇ ਡੰਡਾ ਚੁੱਕਦਾ ਤੇ ਇਹਦਾ ਮਤਲਬ ਇਹ ਹੋਏਗਾ ਕਿ ਮੈਂ ਉਸ ਦੇ ਅਧਿਕਾਰਾਂ ਦਾ ਹਨਨ ਕਰ ਰਿਹਾ, ਮੈਂ ਉਸ ਨੂੰ ਪਰੇਸ਼ਾਨ ਕਰ ਰਿਹਾ। ਮੈਂ ਕਿਸੇ ਕਮਿਊਨਿਟੀ ਦਾ ਹਾਂ, ਮੈਂ ਕਿਸੇ ਵੀ ਜਾਤ ਨਾਲ ਸੰਬੰਧਿਤ ਹਾਂ, ਮੈਂ ਕਿਸੇ ਵੀ ਧਰਮ ਦਾ ਮੇਰੇ ਮਨ ਦੇ ਵਿੱਚ ਅਕੀਦਾ ਹੈ। ਮੈਨੂੰ ਉਹ ਸਾਰਾ ਕੁਝ ਆਪਣੇ ਢੰਗ ਦੇ ਨਾਲ ਇੱਕ ਮਨੁੱਖ ਹੋਣ ਦੇ ਨਾਤੇ, ਇਸ ਦੁਨੀਆ ਦੇ ਉੱਤੇ ਵਿਚਰਨ ਦੇ ਨਾਤੇ ਅਧਿਕਾਰ ਹੈ। ਜੀ, ਇਹ ਅਧਿਕਾਰ ਜਿਹੜਾ ਹੈ ਇਹ ਕਿਸੇ ਹੋਰ ਦੇ ਅਧਿਕਾਰਾਂ ਦਾ ਹਨਨ ਕਰਕੇ ਨਹੀਂ ਹੈ। ਜੀ, ਇਹ ਅਧਿਕਾਰ ਸਰਕਾਰਾਂ ਵੱਲੋਂ ਵੀ ਨਿਯਤ ਕੀਤੇ ਜਾਂਦੇ ਨੇ, ਅੰਤਰਰਾਸ਼ਟਰੀ ਪੱਧਰ ਤੇ ਵੀ ਨਿਯਤ ਕੀਤੇ ਜਾਂਦੇ ਨੇ, ਸਥਾਨਕ ਸਰਕਾਰਾਂ ਦੇ ਵਿੱਚ ਵੀ ਨਿਯਤ ਕੀਤੇ ਜਾਂਦੇ ਨੇ, ਚਾਹੇ ਉਹ ਪੰਚਾਇਤਾਂ ਨੇ, ਮਿਊਨਿਸਪੈਲਿਟੀ ਹੈ, ਕੁਝ ਵੀ ਹੈ। ਭਾਈਚਾਰਕ ਤੌਰ ਤੇ ਵੀ ਕੁਝ ਇੱਕ ਗੱਲਾਂ ਤੈਅ ਕੀਤੀਆਂ ਜਾਂਦੀਆਂ ਨੇ, ਇੱਕ ਦੂਜੇ ਨੂੰ ਅਧਿਕਾਰ ਦਿੱਤੇ ਜਾਂਦੇ ਨੇ, ਇੱਕ ਦੂਜੇ ਦੇ ਕੰਮਾਂ ਦੇ ਵਿੱਚ ਦਖਲ ਨਾ ਦੇਣ ਦਾ ਅਹਿਦ ਕੀਤਾ ਜਾਂਦਾ ਤੇ ਕੁਝ ਇੱਕ ਬੰਦਸ਼ਾਂ ਵੀ ਲਗਾ ਦਿੱਤੀਆਂ ਜਾਂਦੀਆਂ ਤੇ ਉਹ ਬੰਦਸ਼ਾਂ ਕਈ ਹਾਲਤਾਂ ਵਿੱਚ ਤੁਹਾਡੇ ਅਧਿਕਾਰਾਂ ਦਾ ਹਨਨ ਕਰਦੀਆਂ ਨੇ। ਜਿਸ ਵਿੱਚ ਮੈਂ ਸਿੱਧੇ ਤੌਰ ਤੇ ਇੱਕ ਗੱਲ ਕਹਾਂ ਕਿ ਪਿਛਲੇ ਕੁਝ ਸਮਾਂ ਪਹਿਲਾਂ ਜਦੋਂ ਯੂਪੀ ਦੇ ਵਿੱਚ ਮੋਦੀ ਦੀ ਸਰਕਾਰ ਬਣੀ ਤੇ ਉਹਨਾਂ ਨੇ ਇੱਕ ਨਵਾਂ ਕੰਮ ਚਾਲੂ ਕਰ ਦਿੱਤਾ। ਉਹ ਇਹ ਤੇ ਜਿਹੜੀਆਂ ਲੜਕੀਆਂ ਪਾਰਕਾਂ ਦੇ ਵਿੱਚ ਬਹਿੰਦੀਆਂ ਨੇ ਆਪਣੇ ਬॉयਫ੍ਰੈਂਡਸ ਦੇ ਨਾਲ, ਉਹ ਕਿਉਂ ਬਹਿੰਦੀਆਂ ਨੇ? ਉਹ ਇਸ ਕਿਸਮ ਦੇ ਕੱਪੜੇ ਕਿਉਂ ਪਾਉਂਦੀਆਂ ਨੇ ਜਿਹੜੀਆਂ ਕਿ ਹਿੰਦੂ ਸੱਭਿਆਚਾਰ ਦੇ ਅਨੁਸਾਰ ਨਹੀਂ ਜਾਂ ਮੁਸਲਮਾਨੀ ਸੱਭਿਆਚਾਰ ਤੋਂ ਉਲਟ ਨੇ? ਉਹਨਾਂ ਨੂੰ ਇਸ ਕਿਸਮ ਦਾ ਅਧਿਕਾਰ ਉਹ ਸਰਕਾਰ ਨੂੰ ਜਿਸ ਵੇਲੇ ਆਪਣੇ ਤੌਰ ਤੇ ਗ੍ਰਹਿਣ ਕਰਦੀ ਹੈ ਤਾਂ ਅਸਲ ਵਿੱਚ ਉਹ ਮਨੁੱਖੀ ਅਧਿਕਾਰਾਂ ਦਾ ਸਿੱਧੇ ਤੌਰ ਤੇ ਹਨਨ ਕਰਦੀ ਹੈ, ਉਸ ਦੇ ਵਿੱਚ ਇੰਟਰਫੀਅਰ ਕਰਦੀ ਹੈ। ਤੋ ਸਿੱਧੇ ਲਫ਼ਜ਼ਾਂ ਵਿੱਚ ਜੇ ਅਸੀਂ ਕਹਿਣਾ ਹੋਵੇ ਕਿ ਅਸੀਂ ਕਿਸੇ ਵੀ ਜਾਤ ਦੇ ਹਾਂ, ਅਸੀਂ ਕਿਸੇ ਵੀ ਧਰਮ ਦੇ ਹਾਂ, ਅਸੀਂ ਕਿਸੇ ਵੀ ਰਾਸ਼ਟਰ ਦੇ ਹਾਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੁਝ ਅਧਿਕਾਰ ਸਾਡੇ ਨਿਯਤ ਕੀਤੇ ਹੋਏ ਨੇ ਇੱਕ ਸਧਾਰਨ ਉਸ ਮਨੁੱਖ ਦੇ ਜਿਹੜਾ ਇਸ ਧਰਤੀ ਦੇ ਉੱਤੇ ਪੈਦਾ ਹੋਇਆ ਹੈ। ਔਰ ਜੇ ਇੱਥੇ ਜੀਣ, ਪਹਿਨਣ, ਖਾਣ ਤੇ ਆਪਣੇ ਢੰਗ ਦੇ ਨਾਲ ਇਸ ਵਾਤਾਵਰਣ ਦੇ ਵਿੱਚ ਜੀਣ ਦਾ ਅਧਿਕਾਰ ਹੈ। ਇੱਕ ਇਨਸਾਨ ਸੜਕ ਤੇ ਤੁਰਿਆ ਜਾ ਰਿਹਾ ਹੈ ਤੇ ਇੱਕ ਸੋਟੀ ਆਪਣੇ ਹੱਥ 'ਚ ਫੜੀ ਹੋਈ ਹੈ, ਘੁਮਾ ਰਿਹਾ ਹੈ ਤੇ ਪਿੱਛੇ ਇੱਕ ਇਨਸਾਨ ਹੋਰ ਤੁਰਿਆ ਆ ਰਿਹਾ, ਉਹ ਇਤਰਾਜ਼ ਕਰਦਾ ਇਸ ਗੱਲ ਤੇ ਸੋਟੀ ਘੁਮਾਉਣ ਵਾਲਾ ਸ਼ਖਸ ਕਹਿੰਦਾ ਕਿ ਮੈਂ ਆਜ਼ਾਦ ਦੇਸ਼ ਦਾ ਆਜ਼ਾਦ ਵਾਸੀ ਹਾਂ, ਮੈਂ ਕੁਝ ਵੀ ਕਰਨ ਵਾਸਤੇ ਆਜ਼ਾਦ ਹਾਂ। ਤਾਂ ਪਿੱਛੇ ਆ ਰਿਹਾ ਇਨਸਾਨ ਕਹਿੰਦਾ ਕਿ ਤੇਰੀ ਆਜ਼ਾਦੀ ਉੱਥੇ ਖਤਮ ਹੁੰਦੀ ਜਿੱਥੇ ਮੇਰੀ ਨੱਕ ਸ਼ੁਰੂ ਹੋ ਜਾਂਦੀ ਹੈ, ਮੇਰੀ ਨੱਕ ਤੋੜਨ ਦਾ ਤੈਨੂੰ ਕੋਈ ਅਧਿਕਾਰ ਨਹੀਂ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ, ਇੰਡੀਅਨ ਸਿਸਟਮ, ਇੰਟਰਨੈਸ਼ਨਲ ਮੋਨੇਟਰੀ ਫੰਡ, ਇੰਡੀਅਨ ਬੈਂਕਸ, ਵਰਲਡ ਬੈਂਕ, WTO, ਇਹ ਸਾਰੀਆਂ ਸੰਸਥਾਵਾਂ ਜਦੋਂ ਅਸੀਂ ਮਿਲ ਕੇ ਦੇਖਦੇ ਹਾਂ ਤਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਜੋ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਹੈ ਉਹਨੂੰ ਫੋਲੋ ਕਰਦੀਆਂ ਨੇ, ਕਿਉਂਕਿ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਡੈਕਲੇਰੇਸ਼ਨ ਬਣਾਇਆ ਹੋਇਆ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਇਕਨੋਮਿਕ ਵਾਰ ਹੋ ਰਹੀ ਹੈ ਪੂਰੇ ਮੁਲਕਾਂ ਦੇ ਵਿੱਚ, ਇਹ ਜਿਹੜੀਆਂ ਵਾਰਸ ਹੋ ਰਹੀਆਂ ਨੇ, ਇਹ ਹਥਿਆਰਾਂ ਦੀ ਦੌੜ ਹੋ ਰਹੀ ਹੈ ਔਰ ਪੋਲੀਟੀਕਲ ਸੀਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿੱਦਾਂ ਇੱਕ ਦੂਜੇ ਦੀ ਲੱਤ ਖਿੱਚੀ ਜਾਂਦੀ ਹੈ, ਇਹ ਸਾਰਾ ਸੀਨ ਅਸੀਂ ਦੇਖਦੇ ਹਾਂ, ਭਾਵੇਂ ਰਾਜਨੀਤਿਕ ਤੌਰ ਤੇ ਦੇਖੀਏ, ਸਮਾਜਿਕ ਤੌਰ ਤੇ ਦੇਖੀਏ, ਆਰਥਿਕ ਤੌਰ ਤੇ ਦੇਖੀਏ, ਇੱਥੋਂ ਤੱਕ ਕਿ ਧਾਰਮਿਕ ਤੌਰ ਤੇ ਵੀ ਦੇਖੀਏ ਤਾਂ ਹਿਊਮਨ ਰਾਈਟਸ, ਮਨੁੱਖੀ ਅਧਿਕਾਰ ਕਿੱਥੇ ਖੜੇ ਨੇ? ਦੇਖੋ, ਤੁਸੀਂ ਇੱਕੋ ਵਾਰੀ 2-3 ਸਵਾਲ ਇਕੱਠੇ ਕਰ ਦਿੱਤੇ ਨੇ, ਮੈਂ ਵਾਰੀ-ਵਾਰੀ ਉਹਨਾਂ ਦਾ ਜਵਾਬ ਦੇਵਾਂਗਾ। ਬਿਲਕੁਲ ਜੀ। ਪਹਿਲੀ ਗੱਲ ਮੈਂ ਇਹ ਕਰਾਂਗਾ ਕਿ ਜਿਸ ਵੇਲੇ ਅਸੀਂ ਧਰਮ ਦੀ ਗੱਲ ਕੀਤੀ ਹੈ ਤੇ ਉਸ ਹਾਲ ਦੇ ਵਿੱਚ ਦੁਨੀਆ ਭਰ ਦੇ ਵਿੱਚ ਬਹੁਤ ਵੱਖੋ ਵੱਖਰੇ ਧਰਮ ਨੇ, ਪਰ ਕ੍ਰਿਸਚੀਅਨ ਧਰਮ ਜਿਹੜਾ ਹੈ ਔਰ ਮੁਸਲਿਮ ਧਰਮ ਜਿਹੜਾ ਹੈ ਉਹ ਗਿਣਤੀ ਦੇ ਹਿਸਾਬ ਦੇ ਨਾਲ ਬਹੁਤ ਵੱਡਾ ਹੈ। ਤੇ ਇਸ ਗਿਣਤੀ ਦੇ ਹਿਸਾਬ ਦੇ ਨਾਲ ਜੇ
ਦੇਖਿਆ ਜਾਏ ਤਾਂ ਇਹਨਾਂ ਦੋਹਾਂ ਦਾ ਟਕਰਾਅ ਜਿਹੜਾ ਹੈ ਜੀ ਅੰਤਰਰਾਸ਼ਟਰੀ ਪੱਧਰ ਤੇ ਦੇਖਣ ਨੂੰ ਲਗਾਤਾਰ ਮਿਲ ਰਿਹਾ। ਜੀ ਕਿਸੇ ਕਿਸਮ ਦੀਆਂ ਕੋਈ ਲੜਾਈਆਂ ਹੁੰਦੀਆਂ ਨੇ, ਉਹਦੇ ਪਿੱਛੇ ਇੱਕ ਤੱਥ ਇਹ ਵੀ ਹੈ ਕਿ ਉਹ ਧਰਮ ਨੂੰ ਨੀਚਾ ਦਿਖਾਉਣ ਦੀ ਖਾਤਰ ਹੁੰਦੀਆਂ ਰਹੀਆਂ ਨੇ। ਜੀ ਯਹੂਦੀ ਧਰਮ ਨੂੰ ਖਤਮ ਕਰਨ ਦੀ ਗੱਲ ਹੋਈ, ਜੀ ਈਸਾਈ ਧਰਮ ਦੇ ਉੱਤੇ ਕਈ ਵਾਰ ਹਮਲੇ ਹੋਏ, ਜੀ ਮੁਸਲਿਮ ਜਿਹੜਾ ਧਰਮ ਹੈ ਉਸ ਦੇ ਉੱਤੇ ਵੀ ਹਮਲੇ ਹੁੰਦੇ ਰਹੇ ਨੇ, ਜੀ ਹੁਣ ਵੀ ਹੋ ਰਹੇ ਹੋਣਗੇ। ਤੇ ਜੀ ਹੁਣ ਤੁਸੀਂ ਥੱਲੇ ਵਾਲੇ ਜਿਹੜੇ ਘੱਟ ਗਿਣਤੀ ਦੇ ਵਿਚਲੇ ਧਰਮ ਨੇ, ਜਿਨ੍ਹਾਂ ਨੂੰ ਘੱਟ ਲੋਕ ਮੰਨਦੇ ਨੇ, ਜੀ ਬੁੱਧ ਧਰਮ ਹੈ, ਸਿੱਖ ਧਰਮ ਹੈ, ਤੋ ਇਹਨਾਂ ਨੂੰ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸੇ ਨਾ ਕਿਸੇ ਵੇਲੇ ਲੈਟ ਡਾਊਨ ਕਰਨ ਦਾ, ਨੀਚਾ ਦਿਖਾਉਣ ਦਾ ਯਤਨ ਹੋਇਆ ਹੈ। ਜੀ ਬੁੱਧ ਧਰਮ ਕਿਸੇ ਵੇਲੇ ਦੁਨੀਆ ਦੇ ਵਿੱਚ ਸਰਬ ਸ੍ਰੇਸ਼ਟ ਔਰ ਬਹੁਤ ਵੱਡਾ ਧਰਮ ਗਿਣਿਆ ਜਾਂਦਾ ਸੀ, ਪਰ ਹੌਲੀ ਹੌਲੀ ਵੱਡੇ ਧਰਮਾਂ ਨੇ ਇਸ ਧਰਮ ਦੇ ਉੱਤੇ ਇਸ ਢੰਗ ਦੇ ਨਾਲ ਹਮਲੇ ਕੀਤੇ ਕਿ ਉਹਨਾਂ ਲੋਕਾਂ ਦੀ ਧਾਰਮਿਕ ਆਜ਼ਾਦੀ ਜਿਹੜੀ ਹੈ ਉਹ ਇਸ ਢੰਗ ਦੇ ਨਾਲ ਖਤਮ ਕੀਤੀ ਕਿ ਅੱਜ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਥੱਲੇ ਮੰਨਣ ਵਾਲੇ ਧਰਮ ਜਿਹੜੇ ਨੇ ਉਹਨਾਂ ਵਿੱਚ ਕਾਫੀ ਘੱਟ ਹੋ ਗਈ ਹੈ। ਜੀ ਬਿਨਾਂ ਸ਼ੱਕ ਸਿੱਖ ਧਰਮ ਇੱਕ ਵਿਗਿਆਨਿਕ ਧਰਮ ਹੈ, ਇਸ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੀ ਕਾਫੀ ਹੈ, ਪਰ ਜੀ ਹਿੰਦੂ ਧਰਮ ਦੇ ਮੁਕਾਬਲੇ ਤੇ ਮੁਸਲਮਾਨ ਧਰਮ ਦੇ ਮੁਕਾਬਲੇ ਦੇ ਉੱਤੇ ਗਿਣਤੀ ਬੜੀ ਘੱਟ ਹੈ। ਜੀ ਤੁਸੀਂ ਦੇਖਿਆ ਕਿ ਜਿਸ ਵੇਲੇ ਮੁਸਲਿਮ ਸ਼ਾਸਕ ਜਿਹੜੇ ਸੀ ਉਹ ਹਿੰਦੁਸਤਾਨ ਦੇ ਉੱਤੇ ਹਮਲਾ ਕਰਿਆ ਕਰਦੇ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਇੱਕੋ ਗੱਲ ਹੁੰਦੀ ਸੀ ਕਿ ਜੇ ਅਸੀਂ ਇਸ ਦੇਸ਼ ਦੇ ਵਿੱਚ, ਇਸ ਖਿੱਤੇ ਦੇ ਵਿੱਚ ਕਬਜ਼ਾ ਕਰਨਾ ਹੈ, ਲੋਕਾਂ ਨੂੰ ਆਪਣੇ ਨਾਲ ਤੋਰਨਾ ਹੈ, ਤੇ ਸ਼ਾਸਨ ਦੇ ਨਾਲ ਨਾਲ ਇੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਦਾ ਧਰਮ ਤਬਦੀਲ ਕੀਤਾ ਜਾਏ, ਔਰ ਉਹਨਾਂ ਨੂੰ ਦਾ ਧਰਮ ਤਬਦੀਲ ਕਰਨ ਦੀ ਖਾਤਰ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਕੁਝ ਸਹੂਲਤਾਂ ਦੇਣ ਦੀ ਗੱਲ ਕੀਤੀ ਗਈ। ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਸਾਮ ਦਾਮ ਦੰਡ ਦੇ ਢੰਗ ਨਾਲ ਵਰਤਿਆ ਗਿਆ। ਜੀ ਦੇਖੋ, ਇੱਕ ਬੜੀ ਵੱਡੀ ਉਦਾਹਰਣ ਇਹਨਾਂ ਦਿਨਾਂ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਜਿਸ ਵੇਲੇ ਵੇਖਿਆ ਕਿ ਹਿੰਦੂ ਧਰਮ ਦੇ ਉੱਤੇ ਬੜਾ ਵੱਡਾ ਹਮਲਾ ਔਰੰਗਜ਼ੇਬ ਜਿਹੜਾ ਕਿ ਮੁਸਲਮਾਨ ਸ਼ਾਸਕ ਸੀ ਉਸ ਵੱਲੋਂ ਕੀਤਾ ਜਾ ਰਿਹਾ, ਔਰ ਹਰ ਰੋਜ਼ ਉਹ ਸਵਾ ਮਣ ਜੰਜੂ ਜਿਹੜੇ ਸੀ ਉਹ ਲਾ ਕੇ ਕਤਲ ਕਰ ਦਿਆ ਕਰਦਾ ਸੀ ਹਿੰਦੂਆਂ ਦੇ। ਉਸ ਹਾਲ ਦੇ ਵਿੱਚ ਇੱਕ ਇਹੋ ਜਿਹੀ ਸਥਿਤੀ ਬਣ ਗਈ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਜਿਹੜਾ ਸੀਸ ਕਟਾਉਣ ਲਈ ਦਿੱਲੀ ਦੇ ਵਿੱਚ ਆਉਣਾ ਪਿਆ, ਸਿਰਫ ਇਸ ਸ਼ਰਤ ਦੇ ਉੱਤੇ ਕਿ ਇਹਨਾਂ ਨੂੰ ਕੁਝ ਨਾ ਕਹੋ, ਮੈਂ ਇਹਨਾਂ ਦੀ ਖਾਤਰ ਸੀਸ ਦੇਣ ਨੂੰ ਤਿਆਰ ਹਾਂ। ਕਾਰਨ ਉਹਦਾ ਇਹ ਸੀ ਕਿ ਔਰੰਗਜ਼ੇਬ ਨੇ ਕਿਹਾ ਵੀ ਕੋਈ ਇਹੋ ਜਿਹਾ ਵਿਅਕਤੀ ਹੈ ਤੁਹਾਡੇ ਕੋਲ ਜਿਹੜਾ ਇਹ ਕਹੇ ਕਿ ਬਾਕੀਆਂ ਨੂੰ ਛੱਡ ਦਿਓ ਤੇ ਮੈਂ ਉਸ ਗੱਲ ਦੀ ਕੁਰਬਾਨੀ ਦੇ ਸਕਦਾ। ਜੀ ਤੋ ਇਸ ਸਾਰੇ ਮਾਮਲੇ ਨੂੰ ਜੇ ਇਸ ਪ੍ਰਕੇਪ ਦੇ ਵਿੱਚ ਦੇਖਿਆ ਜਾਏ ਤੋ ਸਿੱਧੇ ਤੌਰ ਤੇ ਇੱਕੋ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਾਸਕ ਜਿਹੜੇ ਸੀ ਉਹ ਯਤਨ ਕਰਿਆ ਕਰਦੇ ਸੀ ਆਪਣੇ ਢੰਗ ਦੇ ਨਾਲ ਕਿ ਜਿੱਥੇ ਉਹ ਰਾਜ ਕਰਦੇ ਨੇ ਉਹਨਾਂ ਦੇ ਖਿਲਾਫ, ਉਹਨਾਂ ਦੇ ਧਰਮ ਦੇ ਖਿਲਾਫ ਬੋਲਣ ਵਾਲਾ ਕੋਈ ਨਾ ਹੋਏ। ਜੀ ਬਿਲਕੁਲ ਇਸ ਕਿਸਮ ਦੀ ਗੱਲ ਹੁਣ ਦੇਖਣ ਨੂੰ ਮਿਲਦੀ ਆ, ਜਿਵੇਂ ਮੈਂ ਪਹਿਲਾਂ ਜੋਗੀ ਦੀ ਉਦਾਹਰਨ ਦਿੱਤੀ ਕਿ ਉਸਨੇ ਨੌਜਵਾਨਾਂ ਦੇ ਉੱਤੇ ਇਸ ਢੰਗ ਦੇ ਨਾਲ ਕਿ ਤੁਸੀਂ ਆਹ ਪਹਿਨ ਸਕਦੇ ਹੋ, ਖਾ ਸਕਦੇ ਹੋ, ਆ ਨਹੀਂ ਖਾ ਸਕਦੇ। ਹੁਣ ਵੀ ਇੱਕ ਏਜੰਡਾ ਜਿਹੜਾ ਹੈ ਮੌਕੇ ਦੀ ਸਰਕਾਰ ਹਿੰਦੁਸਤਾਨ ਦਾ ਜੋ ਦੇ ਰਹੀ ਹੈ ਉਹ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ, ਔਰ ਉਹਨਾਂ ਵੱਲੋਂ ਯਤਨ ਹੋ ਰਿਹਾ ਘੱਟ ਗਿਣਤੀਆਂ ਵਾਲੇ ਲੋਕ ਨੇ ਉਹਨਾਂ ਨੂੰ ਆਪਣੇ ਆਪਣੇ ਥੱਲੇ ਰੱਖ ਕੇ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਦਿੱਤਾ ਜਾਏ। ਇਹ ਇੱਕ ਪੱਖ ਹੈ ਜਿਹੜਾ ਸਾਡੇ ਦਰਮਿਆਨ ਦੇਖਣ ਨੂੰ ਮਿਲਦਾ ਜੇ ਅਸੀਂ ਧਰਮ ਦੀ ਗੱਲ ਕਰ ਲਈਏ, ਜਿਹੜੀ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਵੱਖੋ ਵੱਖਰੇ ਸਮੇਂ ਤੇ ਵੱਡੇ ਧਰਮਾਂ ਨੇ ਛੋਟੇ ਧਰਮਾਂ ਨੂੰ ਦਬਾਉਣ ਦਾ ਯਤਨ ਕੀਤਾ, ਔਰ ਇਦਾਂ ਦੀ ਹਾਲਾਤ ਦੇ ਵਿੱਚ ਵੀ ਹਿਟਲਰ ਵਰਗੇ ਲੋਕਾਂ ਨੇ, ਮੁਸਲੀਨੀ ਵਰਗੇ ਲੋਕਾਂ ਨੇ ਆਪਣੇ ਧਰਮ ਤੋਂ ਉਲਟ ਵਾਲੇ ਲੋਕ ਸੀ ਉਹਨਾਂ ਨੂੰ ਬੋਇਲਰਾਂ ਦੇ ਵਿੱਚ ਜਾ ਕੇ ਤੱਕ ਪਾ ਕੇ ਜਲਾ ਦਿੱਤਾ। ਜਿਵੇਂ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦਾ ਕਤਲ ਹੋਇਆ, ਇਸੇ ਤਰ੍ਹਾਂ ਉੱਥੇ ਵੀ ਕਤਲ ਜਿਹੜੇ ਨੇ ਉਹ ਹੁੰਦੇ ਰਹੇ ਨੇ। ਇਹ ਜੀ ਧਾਰਮਿਕ ਆਜ਼ਾਦੀ ਦੇ ਉੱਤੇ ਸਿੱਧਾ ਦਖਲ ਸੀ, ਇਹ ਮਨੁੱਖੀ ਅਧਿਕਾਰਾਂ ਦੇ ਉੱਤੇ ਸਿੱਧਾ ਦਖਲ ਸੀ, ਔਰ ਇਹ ਦਖਲ ਹੁਣ ਵੀ ਦੋ ਤਾਕਤਾਂ ਦੇ ਆਪਸ ਵਿੱਚ ਦੇ ਟਕਰਾਅ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਇੱਕ ਪਾਸੇ ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲੇ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਦੇਸ਼ ਨੇ, ਦੂਜੇ ਪਾਸੇ ਅਰਬ ਕੰਟਰੀਜ਼ ਨੇ ਜਾਂ ਇਹਨਾਂ ਦੇ ਨਾਲ ਸੰਬੰਧਿਤ ਮੁਲਕ ਨੇ ਜਿਹੜੇ ਮੁਸਲਮਾਨ ਧਰਮਾਂ ਨੂੰ ਮੰਨਦੇ ਨੇ, ਔਰ ਇਹਨਾਂ ਦਾ ਟਕਰਾਅ ਤੁਸੀਂ ਦੇਖਿਆ ਅਫਗਾਨਿਸਤਾਨ ਦੇ ਵਿੱਚ ਵੀ ਵੇਖਿਆ। ਅਰਬ ਕੰਟਰੀਜ਼ ਦੇ ਜਿਹੜੇ ਹੋਰ
ਇਰਾਕ ਦੇ ਵਿੱਚ ਵੀ ਦੇਖਿਆ। ਉਹਦਾ ਇੱਕ ਪੱਖ ਧਰਮ ਦੀ ਆਪਣੇ ਆਪ ਦੇ ਸਰਦਾਰੀ ਕਾਇਮ ਕਰਨ ਦਾ ਸੀ, ਜਿਵੇਂ ਕਿ ਅਮਰੀਕਾ ਜਿਹੜਾ ਹੈ ਇਸ ਵੇਲੇ ਥਾਣੇਦਾਰ ਬਣ ਕੇ ਧਾਰਮਿਕ ਤੌਰ ਤੇ ਵੀ ਔਰ ਆਰਥਿਕ ਤੌਰ ਤੇ ਵੀ ਬੜੀ ਵੱਡੀ ਜਿਹੜੀ ਤਾਕਤ ਹੈ ਬਣਦਾ ਜਾ ਰਿਹਾ। ਦੂਜੀ ਗੱਲ ਜਿਹੜੀ ਤੁਸੀਂ ਇਕਨੋਮਿਕਸ ਦੀ ਕੀਤੀ ਸੀ, ਇਕੋਨਮੀ ਦੀ ਕੀਤੀ ਸੀ, ਆਮ ਤੌਰ ਤੇ ਹੀ ਵੱਡੇ ਵੱਡੇ ਜਿਹੜੇ ਲੋਕ ਨੇ ਉਹ ਆਮ ਲੋਕਾਂ ਦਾ ਝੂਮਰ ਕੱਢ ਕੇ ਉਹਨਾਂ ਦੇ ਨਾਲ ਜ਼ਿਆਦਤੀ ਕਰਕੇ ਉਹਨਾਂ ਦੇ ਅਧਿਕਾਰਾਂ ਦਾ ਹਨਨ ਕਰਕੇ ਆਰਥਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕਰਕੇ ਆਪਣੇ ਜੁੱਤੀ ਥੱਲੇ ਰੱਖਣਾ ਚਾਹੁੰਦੇ ਨੇ। ਤੁਸੀਂ ਇੱਕ ਸਧਾਰਨ ਤੌਰ ਤੇ ਗੱਲ ਕਰ ਲਓ ਵੀ ਜੇ ਕਿਸੇ ਨੂੰ ਕਿਸੇ ਬੰਦੇ ਦੀ ਅਣਖ ਨੂੰ ਦਬਾਉਣਾ ਹੋਵੇ, ਉਹ ਕਮਜ਼ੋਰ ਹੋਵੇ, ਤਾਂ ਉਹਨੂੰ ਆਰਥਿਕ ਤੌਰ ਤੇ ਮਾੜਾ ਕਰ ਦਿਓ। ਜੇ ਕੋਈ ਨੌਕਰੀ ਕਰ ਰਿਹਾ ਤੇ ਉਸ ਦੀ ਨੌਕਰੀ ਖੋਲੋ, ਉਹ ਤੁਹਾਡੇ ਕੋਲ ਤਰਲੇ ਕਰਦਾ ਆਏਗਾ। ਜੇ ਕੋਈ ਰੋਟੀ ਖਾਂਦਾ ਤੇ ਉਹਦੇ ਬੋਰੇ ਰੋਟੀ ਖਿੱਚ ਲਓ, ਜੇ ਉਹ ਤੁਹਾਡੇ ਵੱਸ ਵਿੱਚ ਹੈ ਤੇ ਉਹ ਕਹੇਗਾ ਵੀ ਨਹੀਂ, ਮੈਨੂੰ ਮੇਰੇ ਬੱਚਿਆਂ ਨੂੰ ਮਾਫ ਕਰ ਦਿਓ, ਅਸੀਂ ਤੁਹਾਡੇ ਅਨੁਸਾਰ ਚੱਲਣ ਲਈ ਤਿਆਰ ਹਾਂ। ਤੋ ਇੱਕ ਇਕੋਨਮੀ ਵਾਲਾ ਪੱਖ ਜਿਹੜਾ ਹੈ ਉਹ ਬਹੁਤ ਵੱਡਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਹੈ ਅਦਾ ਕਰਦਾ। ਔਰ ਮੈਂ ਸਮਝਦਾ ਵੀ ਵਿਸ਼ਵ ਭਰ ਦੇ ਵਿੱਚ ਇਹ ਦੋਏ ਤੱਥ ਜਿਹੜੇ ਨੇ, ਧਰਮ ਤੇ ਦੂਸਰਾ ਕਿਸੇ ਦੀ ਇਕਾਨਮੀ ਵਾਲੀ ਤਾਕਤ ਜਿਹੜੀ ਹੈ, ਆਰਥਿਕ ਤਾਕਤ ਜਿਹੜੀ ਹੈ, ਉਸ ਨੂੰ ਕਮਜ਼ੋਰ ਕਰਨ ਦੀ ਗੱਲ ਜਿਹੜੀ ਹੈ ਉਹ ਬੜੀ ਵੱਡੀ ਹੈ। ਇਸ ਮਾਮਲੇ ਦੇ ਉੱਤੇ ਦੋ ਰਾਹਾਂ ਨਹੀਂ ਹੋ ਸਕਦੀਆਂ ਕਿ ਜੇ ਮਨੁੱਖੀ ਅਧਿਕਾਰਾਂ ਦਾ ਹਨਨ ਦੀ ਗੱਲ ਅਸੀਂ ਕਰਦੇ ਹਾਂ ਤੇ ਉਹਦੇ ਵਿੱਚ ਧਰਮ ਤੇ ਆਰਥਿਕ ਪਾੜਾ ਜਿਹੜਾ ਹੈ, ਜਾਂ ਆਰਥਿਕ ਦੇ ਤਕੜੇ ਹੋਣਾ ਤੇ ਆਰਥਿਕ ਤੌਰ ਤੇ ਮਾੜੇ ਹੋਣਾ ਬੜਾ ਵੱਡਾ ਰੋਲ ਅਦਾ ਕਰਦਾ। ਤੇ ਰਾਜਨੀਤੀ ਇਹਨਾਂ ਦੋਨਾਂ ਚੀਜ਼ਾਂ ਨੂੰ ਇਸਤੇਮਾਲ ਕਰਦੀ ਹੈ, ਧਰਮ ਨੂੰ ਵੀ ਇਸਤੇਮਾਲ ਕਰਦੀ ਹੈ, ਇਕੋਨਮੀ ਨੂੰ ਵੀ ਇਸਤੇਮਾਲ ਕਰਦੀ ਹੈ ਤੇ ਸਮਾਜ ਦਾ ਬੁਰਾ ਹਾਲ ਕਰਦੀ ਹੈ। ਬਿਲਕੁਲ ਸਹੀ ਕਹਿੰਦੇ ਹੋ। ਜਿੰਨੀ ਵੀ ਸਿਆਸਤ ਹੋਈ ਹੈ, ਖਾਸ ਤੌਰ ਤੇ ਤੁਸੀਂ ਦੇਖੋ ਮਹਾਮਾਰੀ ਦੇ ਦਿਨਾਂ ਦੇ ਵਿੱਚ ਜਿਸ ਕਿਸਮ ਦੀ ਸਿਆਸਤ ਮਨੁੱਖ ਨੂੰ ਭੁਗਤਣੀ ਪਈ ਹੈ, ਜਿਸ ਢੰਗ ਦੇ ਨਾਲ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮਚੀ, ਦੇਸ਼ ਦੇ ਦੂਸਰੇ ਮੁਲਕਾਂ ਦੇ ਵਿੱਚ ਵੀ ਮਚੀ, ਔਰ ਇਸ ਮਹਾਮਾਰੀ ਦੇ ਮੁੱਦੇ ਨੂੰ ਵੀ ਸਿਆਸੀ ਰੰਗਤ ਦੇ ਕੇ ਅਮਰੀਕਾ ਤੇ ਕੈਨੇਡਾ, ਅਮਰੀਕਾ ਤੇ ਚੀਨ ਜਿਹੜੇ ਨੇ ਆਪਸ ਵਿੱਚ ਇੱਕ ਯੁੱਧ ਲੜਨ ਲਈ, ਆਰਥਿਕ ਯੁੱਧ ਲੜਨ ਲਈ ਵੀ ਔਰ ਦੂਸਰਾ ਯੁੱਧ ਲੜਨ ਲਈ ਵੀ ਆਪਣੇ ਆਪ ਨੂੰ ਤਿਆਰ ਕਰੀ ਬੈਠੇ ਰਹੇ ਨੇ। ਔਰ ਇਸ ਕਿਸਮ ਦੀ ਗੱਲ ਜਿਹੜੀ ਹੈ ਜਦੋਂ ਹਿੰਦੁਸਤਾਨ ਦੇ ਵਿੱਚ ਅਸੀਂ ਦੇਖਦੇ ਹਾਂ, ਜਿਸ ਵੇਲੇ ਲੋਕਾਂ ਨੂੰ ਆਕਸੀਜਨ ਨਹੀਂ ਮਿਲੀ, ਦਵਾਈਆਂ ਨਹੀਂ ਮਿਲੀਆਂ, ਔਰ ਦੂਸਰੇ ਹਾਲਤਾਂ ਦੇ ਵਿੱਚ ਉਹਨਾਂ ਨੂੰ ਬੈੱਡ ਤੱਕ ਨਹੀਂ ਮਿਲੇ, ਉਹਨਾਂ ਦੀਆਂ ਲਾਸ਼ਾਂ ਗੰਗਾ ਦੇ ਵਿੱਚ ਤਰਦੀਆਂ ਦੇਖੀਆਂ ਗਈਆਂ। ਇਸ ਮਾਮਲੇ ਦੇ ਉੱਤੇ ਵੀ ਬੜੀ ਵੱਡੀ ਰਾਜਨੀਤੀ ਹੋਈ ਹੈ। ਹੁਣ ਜਦੋਂ ਵੋਟਾਂ ਮੰਗਣ ਲਈ ਉਹ ਜਾਂਦੇ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਵੀ ਭੁੱਲ ਜਾਓ ਵੀ ਤੁਸੀਂ, ਤੁਹਾਡੇ ਜਿਹੜੇ ਲੋਕ ਸੀ ਉਹ ਗੰਗਾ ਦੇ ਵਿੱਚ ਰੁੜਦੇ ਪਏ ਸਨ, ਇਸ ਗੱਲ ਨੂੰ ਵੀ ਭੁੱਲ ਜਾਓ ਕਿ ਤੁਹਾਡੇ ਜਿਹੜੇ ਪਿਆਰੇ ਸੀ ਉਹਨਾਂ ਨੂੰ ਦਵਾਈਆਂ ਨਹੀਂ ਮਿਲੀਆਂ, ਆਕਸੀਜਨ ਨਹੀਂ ਮਿਲੀਆਂ। ਕੀ ਯਾਦ ਰੱਖੋ? ਯਾਦ ਰੱਖੋ ਤੁਸੀਂ ਅਯੋਧਿਆ ਦਾ ਰਾਮ ਮੰਦਿਰ, ਤੇ ਯਾਦ ਰੱਖੋ ਤੁਸੀਂ ਆਪਣਾ ਧਰਮ, ਜਿਸ ਧਰਮ ਨੇ ਤੁਹਾਨੂੰ ਉਹ ਕਹਿੰਦੇ ਆ ਨੈਤਿਕ ਤੌਰ ਤੇ ਜਿਉਣਾ ਸਿਖਾਇਆ। ਇਹ ਰਾਜਨੀਤੀ ਵਾਲੀ ਗੱਲ ਹੈ ਕਿ ਉਹਨਾਂ ਦੀ ਨੈਤਿਕਤਾ ਦੇ ਉੱਪਰ ਦੀ ਧਰਮ ਨੂੰ ਲਿਆ ਕੇ ਉਹਨਾਂ ਨੂੰ ਭੁਲਾਉਣ ਦਾ ਯਤਨ ਹੋ ਰਿਹਾ ਕਿ ਤੁਹਾਡੇ ਢਿੱਡ ਭੁੱਖੇ ਨੇ ਤਾਂ ਭੁੱਖੇ ਰਹਿਣ, ਪਰ ਤੁਸੀਂ ਆਪਣੇ ਧਰਮ ਨੂੰ ਸਭ ਤੋਂ ਉੱਪਰ ਤਰਜੀਹ ਦਿਓ। ਇਹ ਆਪਣੇ ਆਪ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਸਿੱਧਾ ਤੌਰ ਤੇ ਦਖਲ ਹੈ ਕਿ ਜਿਹੜੇ ਅਧਿਕਾਰ ਇੱਕ ਰਾਜ ਦੇ ਵਿੱਚ, ਇੱਕ ਲੋਕ ਕਲਿਆਣਕਾਰੀ ਸਰਕਾਰ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਮਿਲਣ ਵਾਲੇ ਸਨ, ਉਹਨਾਂ ਨੂੰ ਚੰਗੀ ਸਿਹਤ ਸਹੂਲਤ ਮਿਲਣ ਵਾਲੀ ਹੈ, ਉਹਨਾਂ ਨੂੰ ਚੰਗੀ ਸਿੱਖਿਆ ਮਿਲਣ ਵਾਲੀ ਹੈ, ਉਹਨਾਂ ਨੂੰ ਚੰਗਾ ਵਾਤਾਵਰਣ ਮਿਲਣ ਦੀ ਜ਼ਰੂਰਤ ਹੈ, ਉਹਨਾਂ ਸਾਰਿਆਂ ਦਾ ਹਨਨ ਜਿਹੜਾ ਹੈ ਸਰਕਾਰਾਂ ਕਰਦੀਆਂ ਨੇ। ਔਰ ਜਿਸ ਵੇਲੇ ਚੋਣਾਂ ਆਉਂਦੀਆਂ ਨੇ ਉਸ ਵੇਲੇ ਵੱਖੋ ਵੱਖਰੀਆਂ ਪਾਰਟੀਆਂ ਆਪਣੇ ਆਪਣੇ ਢੰਗ ਦੇ ਨਾਲ ਰਿਆਇਤਾਂ ਦੀ ਰਾਜਨੀਤੀ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ, ਔਰ ਲਗਾਤਾਰ ਉਹਨਾਂ ਦਾ ਇਹ ਯਤਨ ਹੁੰਦਾ ਕਿ ਲੋਕ ਸਾਡੇ ਪੱਖ ਦੇ ਵਿੱਚ ਆਉਣ, ਅਸੀਂ ਕੁਝ ਕਰੀਏ ਚਾਹੇ ਨਾ ਕਰੀਏ, ਪਰ ਨਾਲ ਦੀ ਨਾਲ ਧਰਮ ਨੂੰ, ਆਪਣੀ ਜਾਤ ਨੂੰ ਦੇ ਆਧਾਰ ਦੇ ਉੱਤੇ ਰਾਜਨੀਤੀ ਕਰਦਿਆਂ ਉਹ ਦੂਸਰੇ ਲੋਕਾਂ ਦੇ ਅਧਿਕਾਰਾਂ ਨੂੰ ਭੁੱਲਣ ਦੀ ਸਲਾਹ ਦਿੰਦੇ ਨੇ। ਧਰਮ, ਜਾਤ, ਬੋਲੀ, ਇਲਾਕਾ, ਇਸ ਦੇ ਉੱਤੇ ਆਧਾਰਿਤ ਹੈ ਸਾਡੇ ਭਾਰਤ ਦੀ ਰਾਜਨੀਤੀ, ਔਰ ਇਸੇ ਨੂੰ ਹੀ ਘੁਮਾ ਫਿਰਾ ਕੇ ਫਿਰ ਤੋਂ ਪਾੜਾ ਪਾਇਆ ਜਾਂਦਾ ਹੈ। ਸਮਾਜ ਦੇ ਅੰਦਰ ਵੰਡੀਆਂ ਪਾਈਆਂ ਜਾਂਦੀਆਂ ਨੇ, ਸਮਾਜ ਦੇ ਅੰਦਰ। ਅਸੀਂ ਇਹ ਸਾਰੀ ਗੱਲ ਜਾਣਦੇ ਹਾਂ, ਅਸੀਂ ਇਸ ਤੋਂ ਵਾਕਿਫ ਹਾਂ।
ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਜੰਗਾਂ ਲੱਗਦੀਆਂ ਨੇ, ਹਥਿਆਰਾਂ ਦੀ ਦੌੜ ਹੈ, ਕਹਿੰਦੇ ਨੇ ਕਿ 16-17 ਹਜ਼ਾਰ ਦੇ ਕਰੀਬ ਐਟਮ ਬੰਬ ਬਣ ਚੁੱਕੇ ਨੇ ਵੱਖੋ-ਵੱਖ ਦੇਸ਼ਾਂ ਦੇ ਕੋਲ। ਤਾਂ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂ ਹੈ ਸਰ? ਬਿਲਕੁਲ, ਤੁਸੀਂ ਜਿਸ ਵੇਲੇ ਗੱਲ ਕਰਦੇ ਹੋ ਕਿ ਐਟਮ ਬੰਬ ਬਣ ਗਏ ਨੇ, ਇੱਕ ਦੂਜੇ ਨੂੰ ਧਮਕੀਆਂ ਦੇਣ ਦੀ ਗੱਲ ਸਾਹਮਣੇ ਆ ਰਹੀ ਆ। ਅੱਤਵਾਦ ਦਾ ਦੌਰ ਚੱਲਿਆ, ਅਫਗਾਨਿਸਤਾਨ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਕਿ ਉੱਥੇ ਪੜ੍ਹਨ ਲਿਖਣ ਦੀ ਆਜ਼ਾਦੀ ਨਹੀਂ, ਔਰਤਾਂ ਨੂੰ ਬਾਹਰ ਆਪਣੇ ਬੁਰਕੇ ਤੋਂ ਬਾਹਰ ਆਉਣ ਦਾ ਹੱਕ ਨਹੀਂ ਹੈ। ਹੁਣ ਵੀ ਤੁਸੀਂ ਦੇਖੋ ਵੀ ਇਸ ਕਿਸਮ ਦੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਸ਼ਰੇਆਮ, ਜੇ ਸਧਾਰਨ ਵੀ ਕੋਈ ਉਹ ਸਧਾਰਨ ਵੀ ਕਿਸੇ ਕੰਮ ਲਈ ਦੋਸ਼ੀ ਹੈ ਜਾਂ ਦੋਸ਼ੀ ਬਣਾ ਦਿੱਤਾ ਜਾਂਦਾ ਤੇ ਉਸ ਨੂੰ ਚੁਰਾਹੇ ਦੇ ਵਿੱਚ ਖੜੇ ਕਰਕੇ ਕੂੜੇ ਤਾਂ ਮਾਰੇ ਜਾਂਦੇ, ਉਹਨਾਂ ਦਾ ਜਿਹੜਾ ਸਿਹਰਿਆ ਕਲਮ ਕਰ ਦਿੱਤਾ ਜਾਂਦਾ। ਇਹ ਜੀ ਤਾਂ ਸਿੱਧੇ ਅਰਥਾਂ ਦੇ ਵਿੱਚ ਮਨੁੱਖ ਦੇ ਨਾਲ ਬਹੁਤ ਵੱਡਾ ਬੇਇਨਸਾਫੀ ਹੈ। ਦੂਸਰੀ ਗੱਲ ਤੁਸੀਂ ਜੰਗਾਂ ਦੀ ਕੀਤੀ ਹੈ, ਜੰਗ ਦੇ ਵਿੱਚ ਸਿਰਫ ਤੇ ਸਿਰਫ ਆਮ ਆਦਮੀ ਜਿਹੜਾ ਹੈ ਉਹ ਪੀੜਤ ਹੁੰਦਾ ਹੈ, ਉਸ ਦੇ ਅਧਿਕਾਰ ਪੀੜਤ ਹੁੰਦੇ ਨੇ। ਜੰਗ ਲੱਗਦੀ ਹੈ ਤੇ ਦੋਹੀਂ ਪਾਸੇ ਮਹਿੰਗਾਈ ਵੱਧਦੀ ਹੈ, ਜੰਗ ਲੱਗਦੀ ਹੈ ਤੇ ਬੇਰੁਜ਼ਗਾਰੀ ਦਾ ਦੌਰ ਚਾਲੂ ਹੁੰਦਾ ਹੈ, ਜੰਗ ਜੀ ਲੱਗਦੀ ਹੈ ਤੇ ਉਸ ਵੇਲੇ ਬਹੁਤ ਸਾਰੇ ਲੋਕਾਂ ਦਾ ਮਰਨ ਹੁੰਦਾ ਹੈ, ਜੰਗ ਲੱਗਦੀ ਹੈ ਤੇ ਬਹੁਤ ਸਾਰੇ ਲੋਕ ਜ਼ਖਮੀ ਹੁੰਦੇ ਨੇ। ਔਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਔਰਤਾਂ ਦਾ ਵੱਧ ਉਹਨਾਂ ਦੇ ਉੱਤੇ ਹਮਲੇ ਹੁੰਦੇ ਨੇ, ਉਹਨਾਂ ਦੇ ਉੱਤੇ ਯੌਨ ਹਮਲੇ ਵੀ ਹੁੰਦੇ ਨੇ। ਉਹਨਾਂ ਨੂੰ ਤਬਾਹ ਕਰਨ ਲਈ ਸਾਰੀ ਉਮਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਇੱਕ ਇਹੋ ਜਿਹਾ ਵਤੀਰਾ ਅਪਣਾ ਲਿਆ ਜਾਂਦਾ ਜਿਹਦੇ ਨਾਲ ਆਉਣ ਵਾਲਾ ਸਮਾਂ ਵੀ ਉਹਨਾਂ ਦਾ ਬੜਾ ਭਿਆਨਕ ਹੋ ਜਾਂਦਾ। ਬਲਾਤਕਾਰ ਤੱਕ ਜਿਹੜੇ ਨੇ ਜੰਗਾਂ ਦੇ ਸਮਿਆਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਪੁਰਸ਼ ਪ੍ਰਧਾਨ ਇਹ ਸਮਾਜ ਦੇ ਵਿੱਚ ਉਹਨਾਂ ਦੇ ਹੱਕ ਜਿਹੜੇ ਨੇ ਉਹ ਖੋਹ ਲਏ ਜਾਂਦੇ ਨੇ। ਉਹ ਇਹ ਆਪਣੇ ਆਪ ਦੇ ਵਿੱਚ ਅਸਮਾਨਤਾ ਦੀ ਬਹੁਤ ਵੱਡੀ ਗੱਲ ਹੈ। ਦੇਖੋ ਜੀ ਸੰਜੀਵ ਜੀ, ਦੋ ਗੱਲਾਂ ਨੇ ਅਸਮਾਨਤਾ ਦੀ ਦੇ ਪੱਖ ਦੀਆਂ। ਤੁਸੀਂ ਗੱਲ ਛੋਹੀ ਹੈ ਜੰਗ ਦੀ, ਪਰ ਇਹ ਜੰਗ ਦੇ ਵਿੱਚ ਅਸਮਾਨਤਾ ਦੀ ਗੱਲ ਵੀ ਸਾਡੇ ਸਾਹਮਣੇ ਆਉਂਦੀ ਆ, ਔਰਤਾਂ ਮਰਦਾਂ ਦੇ ਰਿਸ਼ਤਿਆਂ ਦੀ ਔਰ ਉਹਨਾਂ ਦੇ ਤਿਰਸਕਾਰ ਦੀ, ਉਹਨਾਂ ਦੇ ਨਾਲ ਹੋ ਰਹੇ ਬਲਾਤਕਾਰਾਂ ਦੀ, ਉਹਨਾਂ ਦੇ ਨਾਲ ਪਾਈਆਂ ਹੋਈਆਂ ਵੱਡੀਆਂ ਦੀ। ਪਰ ਨਾਲ ਨਾਲ ਇੱਕ ਗੱਲ ਹੋਰ ਹੈ ਵੀ ਇਹਨਾਂ ਜੰਗਾਂ ਦੇ ਵਿੱਚ, ਇਹਨਾਂ ਮਹਾਮਾਰੀਆਂ ਦੇ ਵਿੱਚ ਕੁਝ ਲੋਕ ਜਿਹੜੇ ਨੇ ਇੰਨੇ ਅਮੀਰ ਹੋ ਜਾਂਦੇ ਨੇ ਕਿ ਸੱਚਮੁੱਚ ਉਹ ਗਰੀਬ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੰਦੇ ਨੇ। ਤੇ ਜਿਹੜੇ ਆਪਣੇ ਆਪ ਨੂੰ ਸਮਾਜ ਸੁਧਾਰਕ ਕਹਿਣ ਦਾ ਕਹਿੰਦੇ ਥੱਕਦੇ ਨਹੀਂ ਇਹ ਸਿਆਸਤਦਾਨ, ਉਹ ਵੀ ਉਹਨਾਂ ਦੇ ਨਾਲ, ਉਹਨਾਂ ਸਰਮਾਏਦਾਰਾਂ ਦੇ ਨਾਲ ਰਲ ਕੇ ਸਿਰਫ ਆਪਣੀ ਵੋਟ ਬੈਂਕ ਨੂੰ ਪੱਕਿਆ ਕਰਨ ਦਾ ਯਤਨ ਕਰਦੇ ਨੇ। ਤੋ ਇਸ ਵੇਲੇ ਅਸਮਾਨਤਾ ਦੀ ਗੱਲ ਇੱਥੋਂ ਤੱਕ ਪਹੁੰਚ ਚੁੱਕੀ ਆ ਕਿ ਦੁਨੀਆ ਦੇ ਜਿਹੜੀ ਟੋਟਲ ਵੈਲਥ ਹੈ ਉਸ ਦਾ 90% ਜਿਹੜਾ ਹੈ ਉਹ ਦੇਸ਼ ਦੇ ਦੁਨੀਆ ਦੇ 10% ਲੋਕਾਂ ਦੇ ਕੋਲ ਹੈ। ਜੀ तो 90% ਲੋਕਾਂ ਦੇ ਕੋਲ ਸਿਰਫ 10% ਹੈ ਜੀ ਦੌਲਤ ਵੀ, ਇਨਕਮ ਵੀ। ਔਰ ਇਹ ਦੌਲਤ ਤੇ ਇਨਕਮ ਮਹਾਮਾਰੀਆਂ ਦੇ ਵਿੱਚ ਵੀ, ਯੁੱਧ ਦੇ ਸਮੇਂ ਦੇ ਵਿੱਚ ਵੀ ਵੱਡੇ ਲੋਕਾਂ ਦੇ ਕੋਲ ਵੱਧਦੀ ਹੈ। ਦੇਖੋ ਹਿੰਦੁਸਤਾਨ ਦੀ ਗੱਲ ਆਪਾਂ ਕਰਾਂਗੇ, ਜੀ ਅਰਬਪਤੀਆਂ ਦੀ ਗਿਣਤੀ, ਖਰਬਪਤੀਆਂ ਦੀ ਗਿਣਤੀ 110 ਸੀ ਮਹਾਮਾਰੀ ਤੋਂ ਪਹਿਲਾਂ, ਜੀ ਤੇ ਇਹਨਾਂ ਦੀ ਗਿਣਤੀ 195 ਹੋ ਗਈ ਮਹਾਮਾਰੀ ਤੋਂ ਬਾਅਦ। ਜੀ ਤੋ ਇਹ ਇੰਨਾ ਵਾਧਾ ਜਿਹੜਾ ਹੈ ਅਰਬਾਪਤੀ ਖਰਬਾਪਤੀਆਂ ਦਾ, ਜੀ ਉਹ ਆ ਦਵਾਈਆਂ ਵਾਲਾ, ਆ ਟੀਕੇ ਲਾਉਣ ਵਾਲਾ, ਆ ਜੀ ਦਵਾਈਆਂ ਵਾਲਾ ਕਲਚਰ ਜਿਹੜਾ ਪਿਛਲੇ ਦਿਨਾਂ ਵਿੱਚ ਮਹਾਮਾਰੀ ਦੇ ਦੌਰ ਦੇ ਵਿੱਚ ਕੋਵਿਡ ਦੇ ਕਾਰਨ ਚੱਲਿਆ ਔਰ ਲੋਕਾਂ ਦੇ ਵਿੱਚ ਇੱਕ ਇਹੋ ਜਿਹੀ ਦਹਿਸ਼ਤ ਪੈਦਾ ਕਰ ਦਿੱਤੀ ਗਈ। ਇਹ ਇਸ ਗੱਲ ਬਾਰੇ ਵੀ ਕੁਝ ਲੋਕ ਬੜੇ ਸਾਫ਼ ਸੁਥਰੀ ਗੱਲ ਕਰਦੇ ਨੇ ਕਿ ਇਹ ਤਾਂ ਇੱਕ ਸਜਾਇਆ ਹੋਇਆ ਜੰਤਰ ਸੀ ਜਿਹੜਾ ਦੁਨੀਆ ਦੇ ਵਿੱਚ ਇਸ ਮਹਾਮਾਰੀ ਨੇ ਪੈਦਾ ਕੀਤਾ ਔਰ ਆਪਣੇ ਆਪ ਦੇ ਵਿੱਚ ਕਾਰਪੋਰੇਟ ਸੈਕਟਰ ਨੇ ਆਪਣੇ ਆਪ ਨੂੰ ਹੋਰ ਵੀ ਅਮੀਰ ਕਰਨ ਲਈ ਇਹ ਦਵਾ ਦਾਰੂ ਦਾ ਸਿਲਸਿਲਾ ਜਿਹੜਾ ਹੈ ਉਹ ਚਾਲੂ ਕੀਤਾ। ਬਹੁਤ ਜੀ ਸਾਰੀਆਂ ਬਿਮਾਰੀਆਂ, ਉਦਾਹਰਨ ਦਿਆਂਗਾ ਵੀ ਕਦੇ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਸੀ ਵੀ ਨਾਰਮਲ ਜਿਹੜਾ ਹੈ ਉਹ ਭਾਈ 80 ਤੇ 120 ਆ। ਜੀ ਹੁਣ ਕਿੰਨਾ ਕਰਨ ਲੱਗੇ ਨੇ ਵੀ ਇਹ ਤੋਂ ਘੱਟ ਹੋਵੇ ਤਾਂ ਚੰਗਾ। ਤੇ ਜਦੋਂ ਥੋੜਾ ਜਿਹਾ ਬਲੱਡ ਪ੍ਰੈਸ਼ਰ ਵੱਧ ਜਾਂਦਾ, ਕੋਲੇਸਟ੍ਰੋਲ ਵੱਧ ਜਾਂਦਾ, ਸ਼ੂਗਰ ਵਧਣ ਦੀ ਗੱਲ ਹੋ ਜਾਂਦੀ ਹੈ ਤੇ ਫਟਾਫਟ ਦਵਾਈਆਂ ਦਾ ਦੌਰ ਜਿਹੜਾ ਹੈ ਉਹ ਡਾਕਟਰੀ ਅਮਲੇ ਵੱਲੋਂ ਚਾਲੂ ਕਰ ਦਿੱਤਾ ਜਾਂਦਾ। ਤੋ ਜੀ ਇਹ ਜਿਹੜੇ ਹੋਮੋਪੈਥੀ ਵਾਲੇ ਨੇ, ਦੂਸਰੇ ਲੋਕ ਨੇ, ਉਹ ਕਹਿੰਦੇ ਨੇ ਵੀ ਬਲੱਡ ਪ੍ਰੈਸ਼ਰ ਜਿਹੜਾ ਹੈ ਇਸ ਪੱਧਰ ਤੱਕ ਹੋਵੇ ਤਾਂ ਕੋਈ ਹਰਜ ਨਹੀਂ ਹੈ, ਪਰ ਐਲੋਪੈਥੀ ਵਾਲੇ ਹੋਰ ਕੋ ਗੱਲ ਕਰਦੇ ਨੇ। ਇਹ ਸਾਰਾ ਜੰਗ ਜਿਹੜੀ ਹੈ ਅਸਲ ਵਿੱਚ ਮਨੁੱਖ ਦੇ ਅਧਿਕਾਰਾਂ ਤੇ ਮਨੁੱਖ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਵਾਲੀ ਜੰਗ ਹੈ। ਇਸ ਜੰਗ ਦੇ ਵਿੱਚ ਜਿਹੜਾ ਗਰੀਬ ਹੈ ਹੋਰ ਗਰੀਬ ਹੋ ਰਿਹਾ, ਅਮੀਰ ਹੋਰ ਅਮੀਰ ਹੋ ਰਿਹਾ। ਦੇਖੋ ਉਦਾਹਰਨ ਇੱਕ ਹੋਰ ਹੈ,
ਵੀ ਜਿੰਨਾ ਕੁ ਕਮਾਉਂਦਾ, ਮੰਨ ਲਓ ਸੰਜੀਵ ਜੀ ਤੁਸੀਂ 100 ਰੁਪਇਆ ਕਮਾਉਂਦੇ ਹੋ ਦਿਨ ਦਾ, ਤੇ ਜੀ 33-35 ਰੁਪਏ ਤੁਹਾਡੀ ਦਵਾਈ ਦੇ ਉੱਤੇ ਲੱਗਦੇ ਨੇ। ਤੁਸੀਂ ਜੀ ਸਹਿਯੋਗ ਵੀ ਹੋਵੋ, ਤੁਸੀਂ ਪਰਿਵਾਰ ਦਾ ਹਿੱਸਾ ਹੋਵੋ। ਐਵਰੇਜ ਤੁਹਾਡੇ ਘਰ ਦੇ ਵਿੱਚ 4 ਪਰਿਵਾਰ ਦੇ ਜੀ ਨੇ, ਉਹਨਾਂ ਜੀਆਂ ਦੇ ਵਿੱਚ ਹਿਸਾਬ ਕਿਤਾਬ ਲਾ ਕੇ ਦੇਖੋ, ਤੁਹਾਡੇ ਬਜ਼ੁਰਗ ਮਾਤਾ ਪਿਤਾ ਹੋਣਗੇ, ਤੁਹਾਡੇ ਬੱਚੇ ਹੋਣਗੇ, ਤੇ ਜਿੰਨੀ ਤੁਸੀਂ ਇਨਕਮ 5 10 20 ਹਜ਼ਾਰ ਲੈਂਦੇ ਹੋ, ਤੇ ਉਹਦਾ ਤੀਜਾ ਹਿੱਸਾ ਜਿਹੜਾ ਹੈ ਦਵਾਈਆਂ ਤੇ ਖਰਚ ਕਰ ਦਿੰਦੇ ਹੋ। ਇਹਦਾ ਜੀ ਮਤਲਬ ਸਿਰਫ ਸਾਫ਼ ਹੈ ਕਿ ਤੁਹਾਨੂੰ ਸਰਕਾਰਾਂ ਤੁਹਾਡੀ ਸਿਹਤ ਸਹੂਲਤ ਲਈ ਕੋਈ ਯਤਨ ਨਹੀਂ ਕਰਦੀਆਂ। ਉਹ ਜੀ ਬਹੁਤ ਸਾਰੀਆਂ ਸਰਕਾਰਾਂ ਜਿਨ੍ਹਾਂ ਦਾ ਫਰਜ਼ ਬਣਦਾ ਸੀ, ਔਰ ਜਿਹੜਾ ਮਨੁੱਖੀ ਅਧਿਕਾਰ ਦੇ ਵਿੱਚ ਸ਼ਾਮਲ ਹੈ ਕਿ ਤੁਹਾਡੇ ਸਰੀਰ ਨੂੰ ਸਾਂਭਣ ਦਾ ਜੁੰਮਾ ਉੱਥੋਂ ਦੀਆਂ ਸਰਕਾਰਾਂ ਦਾ ਹੈ, ਉਹ ਇਸ ਤੋਂ ਮੂੰਹ ਮੋੜ ਕੇ ਪਿੱਛੇ ਬੈਠ ਗਈਆਂ ਨੇ। ਤੇ ਇਹਦੇ ਨਾਲ ਸਿੱਧੇ ਤੌਰ ਤੇ ਮੈਂ ਕਹਾਂਗਾ ਕਿ ਤੁਹਾਡੇ ਅਧਿਕਾਰ ਦਾ ਹਨਨ ਹੋਇਆ ਹੈ। ਬਿਨਾਂ ਸ਼ੱਕ ਇੱਕ ਜੋ ਮਨੁੱਖ ਦੇ ਬਹੁਤ ਸਾਰੇ ਫਰਜ਼ ਨੇ, ਪਰ ਜਿਹੜੇ ਅਧਿਕਾਰ ਨੇ ਜੇ ਉਹ ਨਹੀਂ ਮਿਲਦੇ ਤੇ ਉਹਨਾਂ ਦੇ ਵਿੱਚ ਰੋਸ ਪੈਦਾ ਹੁੰਦਾ। ਜੀ ਜੀ ਜਾਰਜ ਬਰਨਰਡ ਸ਼ਾਅ ਲਿਖਦੇ ਨੇ ਕਿ ਵਾਰ ਇਜ਼ ਨਥਿੰਗ ਬਟ ਮਰਡਰ ਇਨ ਯੂਨੀਫਾਰਮ। ਲੜਾਈ ਜੰਗ ਹੋਰ ਕੁਝ ਨਹੀਂ ਹੁੰਦਾ, ਬਟ ਇੱਕ ਇਨਸਾਨ ਯੂਨੀਫਾਰਮ ਪਾ ਕੇ ਦੂਜੇ ਇਨਸਾਨ ਦਾ ਕਤਲ ਕਰਦਾ ਹੈ। ਸਿਰਫ ਇਹੀ ਹੁੰਦੀ ਹੈ ਇੱਕ ਜੰਗ। ਤੇ ਭਾਵੇਂ ਉਹ ਇਕਨੋਮਿਕ ਵਾਰ ਹੋਵੇ, ਭਾਵੇਂ ਉਹ ਬਾਰੂਦ ਨਾਲ ਖੇਡੀ ਜਾਣ ਵਾਲੀ ਵਾਰ ਹੋਵੇ, ਤੇ ਇਹਦੇ ਵਿੱਚ ਅਮੀਰ ਹੋਰ ਅਮੀਰ ਬਣਦਾ ਹੈ, ਗਰੀਬ ਹੋਰ ਗਰੀਬ ਬਣਦਾ ਹੈ। ਇਹ ਵੀ ਅੰਕੜੇ ਸਾਨੂੰ ਦੱਸਦੇ ਨੇ। ਜੋ ਐਟ ਪ੍ਰੈਜ਼ੈਂਟ ਸਾਡੇ ਸਾਹਮਣੇ ਰਿਪੋਰਟ ਆਈ ਹੈ, ਵਰਲਡ ਇਨ ਇਕੁਐਲਿਟੀ ਰਿਪੋਰਟ, ਜੋ ਨਾ ਬਰਾਬਰੀ ਦੀ ਰਿਪੋਰਟ ਹੈ, ਜੋ ਪਿਛਲੇ ਸਮਿਆਂ ਤੋਂ ਦਿਖਾਉਂਦੀ ਹੈ ਕਿ 21ਵੀਂ ਸਦੀ ਦਾ ਸਰਮਾਇਆ ਕੀ ਕਹਿੰਦਾ ਹੈ ਕਿ ਅਮੀਰ ਹੋਰ ਅਮੀਰ ਹੋਇਆ, ਗਰੀਬ ਹੋਰ ਗਰੀਬ ਹੋਇਆ। ਤੇ ਇਹਦੇ ਵਾਸਤੇ ਜ਼ਿੰਮੇਦਾਰ ਮੰਨਦੇ ਨੇ ਓਪਨ ਮਾਰਕੀਟ ਨੂੰ। ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਮੋਨੇਟਰੀ ਫੰਡ, ਵਰਲਡ ਬੈਂਕ ਤੇ ਸਾਰੀਆਂ ਯੂਨੀਅਨਸ ਮਿਲ ਕੇ ਜਦੋਂ ਕਾਰਪੋਰੇਟ ਦੇ ਰੂਪ ਦੇ ਵਿੱਚ ਅੱਗੇ ਆਉਂਦੀਆਂ ਨੇ ਤਾਂ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੁੰਦਾ ਹੈ। ਇਹ ਮਾਹਿਰ ਕਹਿੰਦੇ ਨੇ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਪਾਲਿਸੀਜ਼ ਨੇ ਉਹ ਹਮੇਸ਼ਾ ਕਾਰਪੋਰੇਟ ਪੱਖੀ ਹੁੰਦੀਆਂ ਨੇ। ਹਮੇਸ਼ਾ ਜੋ ਕੈਪੀਟਲਿਸਟ ਹੈਗੇ ਨੇ ਇੰਡਸਟਰੀ ਦੇ ਵਿੱਚ, ਉਹਨਾਂ ਦੇ ਪੱਖੀ ਹੁੰਦੀਆਂ ਨੇ, ਸਰਮਾਏਦਾਰਾਂ ਦੇ ਪੱਖੀ ਹੁੰਦੀਆਂ ਨੇ, ਸਮਾਜਵਾਦ ਪੱਖੀ ਨਹੀਂ ਹੁੰਦੀਆਂ, ਲੋਕਾਂ ਪੱਖੀ ਨਹੀਂ ਹੁੰਦੀਆਂ। ਇਹੀ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਦੇਖਿਆ ਹੈ, ਜੋ ਪੰਜਾਬ ਦੀ ਧਰਤੀ ਤੋਂ ਤੁਰਿਆ ਤੇ ਪੂਰੇ ਸੰਸਾਰ ਵਿੱਚ ਫੈਲ ਗਿਆ। ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਔਰ ਬਹੁਤ ਵੱਡੀ ਤੁਸੀਂ ਇੱਕ ਉਦਾਹਰਣ ਦਿੱਤੀ ਹੈ। WTO ਨੇ ਬੜੇ ਲੰਮੇ ਸਮੇਂ ਤੋਂ ਇੱਕ ਦਾਇਰਾ ਬਣਾਇਆ ਹੋਇਆ ਸੀ, ਔਰ ਅਮਰੀਕਾ ਦੇ ਵਿੱਚ ਇਸ ਗੱਲ ਦਾ ਪਹਿਲਾਂ ਉਹਨਾਂ ਨੇ ਤਜਰਬਾ ਕੀਤਾ। ਉੱਥੋਂ ਦੀ ਕਿਸਾਨੀ ਛੋਟੀ ਕਿਸਾਨੀ ਨੂੰ ਰੋਲ ਕੇ ਰੱਖ ਦਿੱਤਾ। ਅੱਜ ਕਿਸਾਨੀ ਦੀ ਹਾਲਾਤ ਜਿਹੜੇ ਨੇ ਛੋਟੇ ਕਿਸਾਨਾਂ ਦੀ ਅਮਰੀਕਾ ਦੇ ਵਿੱਚ ਭੈੜੇ ਹੋ ਗਏ ਨੇ। ਬਾਵਜੂਦ ਇਹ ਸਾਰੀ ਗੱਲ ਸਮਝਦੇ ਹੋਇਆ ਕਿ ਜ਼ਮੀਨ ਜਿਹੜੀ ਹੈ ਉਹ ਕਾਰਪੋਰੇਟ ਸੈਕਟਰ ਨੂੰ ਦੇ ਦਿਓ, ਔਰ ਕਿਸਾਨਾਂ ਨੂੰ, ਜਿਹੜੇ ਛੋਟੇ ਕਿਸਾਨ ਨੂੰ, ਉਹਨਾਂ ਨੂੰ ਉੱਥੇ ਕੰਮ ਤੇ ਲਾ ਦਿਓ। ਇੱਕ ਜੀ ਬਹੁਤ ਛੜਾ ਤਜਰਬਾ ਉੱਥੇ ਹੋਇਆ। ਉੱਥੋਂ ਦੇ ਛੋਟੇ ਛੋਟੇ ਬਾਜ਼ਾਰ ਖਤਮ ਹੋ ਗਏ, ਛੋਟੇ ਛੋਟੇ ਕਾਰੋਬਾਰ ਖਤਮ ਹੋ ਗਏ, ਛੋਟੇ ਛੋਟੇ ਕਿਸਾਨ ਖਤਮ ਹੋ ਗਏ, ਛੋਟੀ ਛੋਟੀ ਜ਼ਮੀਨ ਹਥਿਆਲੇ ਗਈ। ਇਹੀ ਕਾਰਵਾਈ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਹੋਣ ਵਾਲੀ ਸਰਕਾਰ ਨੇ ਲਿਆਉਣ ਦਾ ਯਤਨ ਕੀਤਾ, ਜਿਸ ਦਾ ਮੂੰਹ ਤੋੜਵਾਂ ਜਵਾਬ ਤੁਸੀਂ ਜਿਵੇਂ ਕਿ ਦੱਸਿਆ ਇੱਥੋਂ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਔਰ ਆਮ ਲੋਕਾਂ ਨੂੰ ਨਾਲ ਲੈ ਕੇ ਦਿੱਤਾ। ਬਿਨਾਂ ਸ਼ੱਕ ਇਹ ਗੱਲ ਸਾਡੇ ਸਾਹਮਣੇ ਹੈ ਕਿ ਅਮੀਰ ਹੋਰ ਅਮੀਰ ਹੋ ਰਹੇ ਨੇ, ਗਰੀਬ ਹੋਰ ਗਰੀਬ ਹੋ ਰਹੇ ਨੇ। ਅਸਮਾਨਤਾ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ। ਤੁਸੀਂ ਦੇਖੋ ਵੀ 152 ਦੇਸ਼ਾਂ ਦਾ ਇੱਕ ਸਰਵੇ ਕਰਵਾਇਆ ਗਿਆ ਇੰਟਰਨੈਸ਼ਨਲੀ ਕਿਸੇ ਸੰਸਥਾ ਵੱਲੋਂ। ਉਹਦੇ ਵਿੱਚ ਅਸਮਾਨਤਾ ਦੇ ਮਾਮਲੇ ਤੇ ਗਰੀਬੀ ਦੇ ਮਾਮਲੇ ਦੇ ਉੱਤੇ ਹਿੰਦੁਸਤਾਨ ਦਾ 123ਵਾਂ ਨੰਬਰ ਹੈ। ਜੀ ਐਡੀ ਸ਼ਰਮਨਾਕ ਹਾਲਤ ਹੈ ਹਿੰਦੁਸਤਾਨ ਦੀ ਕਿ ਦੱਸਿਆ ਨਹੀਂ ਬਣਦਾ। ਔਰ ਇਸ ਤੋਂ ਵੀ ਅਗਲੀ ਗੱਲ ਕਿ ਭੁੱਖਮਰੀ ਦੇ ਮਾਮਲੇ ਦੇ ਵਿੱਚ ਅਸੀਂ 123 ਦੇਸ਼ਾਂ ਦੇ ਵਿੱਚ 130 ਸਥਾਨ ਦੇ ਉੱਤੇ ਆ ਗਏ ਆ। ਔਰ ਸਾਡੇ ਲਾਗਲੇ ਗੁਆਂਢੀ ਮੁਲਕ ਜਿਹੜੇ ਨੇ, ਈਵਨ ਪਾਕਿਸਤਾਨ, ਲੰਕਾ, ਬੰਗਲਾਦੇਸ਼ ਜਿਹੜੇ ਨੇ, ਉਹ ਸਾਡੇ ਤੋਂ ਭੁੱਖਮਰੀ ਵਾਲੇ ਮਾਮਲੇ ਤੇ ਉੱਪਰਲੀ ਸਟੇਜ ਦੇ ਉੱਤੇ ਬੈਠੇ ਨੇ। ਯਾਨੀ ਉਹਨਾਂ ਦਾ ਜਿਹੜਾ ਦਰਜਾ ਹੈ 90-92 ਦੇ ਹਿਸਾਬ ਕਿਤਾਬ ਦੇ ਨਾਲ ਹੈ, ਤੇ ਅਸੀਂ 100 ਤੋਂ ਉੱਪਰ ਵਾਲੇ ਪਾਸੇ ਬੈਠੇ ਹਾਂ। ਤੋਂ ਇਹ ਭੁੱਖਮਰੀ ਵਾਲੀ ਗੱਲ ਜਿਹੜੀ ਹੈ ਅਸਮਾਨਤਾ ਦੇ ਵਿੱਚੋਂ ਨਿਕਲਦੀ ਹੈ। ਇਹ ਅਸਮਾਨਤਾ ਜਿਹੜੀ ਹੈ ਇਹ ਇਕਨੋਮੀ ਦੇ ਵਿੱਚੋਂ ਨਿਕਲਣ ਵਾਲੀ ਗੱਲ ਹੈ, ਕਿਉਂਕਿ ਜੇ ਇਕਨੋਮਿਕਸ ਸਾਡੀ ਸਥਿਤੀ ਚੰਗੀ ਹੋਏਗੀ ਤਾਂ ਅਸਮਾਨਤਾ ਦੀ ਦਰ ਜਿਹੜੀ ਆ ਉਨੀ ਘਟੇਗੀ। ਜੇ ਇਕਨੋਮਿਕਸ ਸਾਡੀ ਚੰਗੀ ਹੋਏਗੀ, ਜਿਹੜੇ ਆਮ ਲੋਕਾਂ ਨੂੰ ਖਰਚਣ ਦੇ ਡਿਮਾਂਡ ਤੇ ਸਪਲਾਈ ਦਾ ਹਾਲ ਜਿਹੜਾ ਹੈ ਬਰਾਬਰ ਬਰਾਬਰ ਹੋਏਗਾ, ਆਮ ਲੋਕਾਂ ਦੇ ਹੱਥ ਪੈਸੇ ਹੋਣਗੇ, ਮਾਰਕੀਟ ਚੰਗੀ ਹੋਏਗੀ, ਲੋਕ ਜਿਹੜੇ ਨੇ ਉਹ ਖੁਸ਼ਹਾਲ ਜੀਵਨ ਜੀਉਣਗੇ।
ਚੰਗਾ ਪਹਿਨਣਗੇ, ਚੰਗਾ ਖਾਣਗੇ, ਚੰਗਾ ਬੋਲਣਗੇ, ਚੰਗੇ ਢੰਗ ਦਾ ਸੁਚੱਜਾ ਜੀਵਨ ਬਤੀਤ ਕਰਨਗੇ, ਵਾਤਾਵਰਨ ਅੱਛਾ ਹੋਏਗਾ, ਸਿਹਤ ਸਹੂਲਤਾਂ ਤੇ ਜਿਹੜਾ ਸਿੱਖਿਆ ਹੈ ਉਹ ਸਰਕਾਰ ਉਹਨਾਂ ਨੂੰ ਪ੍ਰੋਵਾਈਡ ਕਰੇਗੀ। ਤੋ ਇਹ ਸਾਰੇ ਮਾਮਲੇ ਜਿਹੜੇ ਨੇ ਆਪਸ ਵਿੱਚ ਜੁੜੇ ਹੋਏ ਨੇ। ਜੀ ਤੋ ਇਸ ਮਾਮਲੇ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਵੇਂ UNO ਜਿਹੜੀ ਕਿ ਇੰਨੇ ਦੇਸ਼ਾਂ ਦੀ ਇੱਕ ਸਾਂਝੀ ਜਥੇਬੰਦੀ ਹੈ, ਉਸ ਤੇ ਜੁਮੇ ਚੰਗੀ ਸਿਹਤ ਦੇਣ ਦੀ ਗੱਲ ਸਰਕਾਰਾਂ ਨੂੰ ਸਿਖਾਉਣ ਦਾ ਜੁਮਾ ਹੈ। ਉਹਨਾਂ ਜੀ ਦੇ ਜੁਮੇ ਚੰਗਾ ਵਾਤਾਵਰਨ ਦੇਣ ਦਾ ਜੁਮਾ ਉਹਨਾਂ ਸੰਸਥਾਵਾਂ ਦੇ ਉੱਤੇ ਹੈ। ਉਹ ਜੀ ਲਗਾਤਾਰ ਕੁਝ ਵਰਿਆਂ ਬਾਅਦ ਪ੍ਰਧਾਨ ਮੰਤਰੀਆਂ ਨੂੰ, ਰਾਸ਼ਟਰਪਤੀਆਂ ਨੂੰ ਸੱਦ ਕੇ UNO ਦੇ ਦਰਬਾਰ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਦੇਸ਼ਾਂ ਦੇ ਵਿੱਚ ਤਪਸ਼ ਜਿਹੜੀ ਹੈ ਦੁਨੀਆ ਦੇ ਵਿੱਚ ਵੱਧ ਗਈ, ਜੀ 1.5 ਸੈਂਟੀਮੀਟਰ 1.5 ਡਿਗਰੀ ਸੈਂਟੀਗ੍ਰੇਡ ਤਾਪਮਾਨ ਜਿਹੜਾ ਹੈ ਵਧਣ ਦੀ ਗੱਲ, ਸੂਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ, ਤੇ ਇਹ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਮਸਲਾ ਸੀ। ਉਸ ਮਸਲੇ ਦੇ ਕਾਰਨ ਜੇ ਗਰਮੀ ਬਹੁਤ ਜ਼ਿਆਦਾ ਵੱਧਦੀ ਹੈ, ਲਗਾਤਾਰ ਵੱਧਦੀ ਜਾਂਦੀ ਹੈ, ਤੇ ਮਨੁੱਖ ਦਾ ਇੱਥੇ ਜਿਉਣਾ ਔਖਾ ਹੋ ਜਾਏਗਾ। ਤੋ ਇਸ ਮਾਮਲੇ ਦੇ ਉੱਤੇ ਵਿਚਾਰ ਚਰਚਾ ਹੋਈ ਕਿ ਕਿਵੇਂ ਇਸ ਨੂੰ ਕਾਬੂ ਕੀਤਾ ਜਾਏ। ਬਿਲਕੁਲ ਜੀ ਇਸੇ ਤਰ੍ਹਾਂ ਭੁੱਖਮਰੀ ਬਾਰੇ ਵੀ ਗੱਲ ਹੁੰਦੀ ਹੈ, ਪਰ ਜੀ ਅਸਮਾਨਤਾ ਬਾਰੇ ਕਿਉਂ ਵੱਧ ਰਹੀ ਹੈ, ਇਸ ਦੇ ਬਾਰੇ ਗੱਲ ਕਿਉਂ ਨਹੀਂ ਹੁੰਦੀ? ਇਹ ਗੱਲ ਦਾ ਚਰਚਾ ਤੁਸੀਂ ਜਦੋਂ ਕੀਤਾ ਹੈ, ਬੜੀ ਅੱਛੀ ਗੱਲ ਕੀਤੀ। ਤੇ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਸਦਾ ਕਾਰਪੋਰੇਟ ਪੱਖ ਦੀ ਗੱਲ ਕਰਦੀ ਹੈ, ਆਮ ਲੋਕਾਂ ਦੇ ਪੱਖ ਦੀ ਗੱਲ ਨਹੀਂ ਕਰਦੀ। ਇਸ ਕਰਕੇ ਸਵਾਲ ਇਹ ਉੱਠਣ ਲੱਗ ਪਏ ਨੇ ਕਿ UNO ਜਿਹੜੀ ਹੈ ਜਾਂ ਇਹਦੇ ਨਾਲ ਸੰਬੰਧਿਤ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਚਾਹੇ ਵਰਲਡ ਬੈਂਕ ਹੈ ਜਾਂ ਹੋਰ ਸੰਸਥਾਵਾਂ ਨੇ, ਕੀ ਉਹ ਸਿਰਫ ਸਰਮਾਏਦਾਰਾਂ ਦੀਆਂ ਸਰਕਾਰਾਂ ਦੇ ਨਾਲ ਜੁੜ ਕੇ ਆਮ ਲੋਕਾਂ ਦੇ ਹੱਕਾਂ ਦਾ ਕਾਣ ਕਰਨ ਤੇ ਨਹੀਂ ਤੁਲੀਆਂ ਹੋਈਆਂ? ਭਾਵਾਂ ਜੀ ਕਿ ਉਹ ਹਿਊਮਨ ਰਾਈਟਸ ਦੀ ਗੱਲ ਕਰਦੀਆਂ ਨੇ, ਬੜੇ ਬੜੇ ਚਾਰਟਰ ਉਹਨਾਂ ਨੇ ਤਿਆਰ ਕੀਤੇ ਹੋਏ ਨੇ, ਬੜੀ ਵੱਡੀ ਗੱਲ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਕਿ ਮਨੁੱਖ ਦੇ ਆਹ ਅਧਿਕਾਰ ਨੇ। ਸਾਡੇ ਸੰਵਿਧਾਨ ਦੇ ਵਿੱਚ ਵੀ ਸਾਨੂੰ ਅਧਿਕਾਰ ਦਿੱਤੇ ਹੁੰਦੇ, ਫੰਡਾਮੈਂਟਲ ਰਾਈਟਸ ਸਾਡੇ ਬਕਾਇਦਾ ਤੌਰ ਤੇ ਨਿਯਤ ਕੀਤੇ ਹੋਏ ਨੇ, ਜਿਹਦੇ ਵਿੱਚ ਬਰਾਬਰ ਦੇ ਧਰਮ ਦੀ ਗੱਲ ਹੈ, ਬਰਾਬਰ ਦੀਆਂ ਜਾਤਾਂ ਦੀ ਗੱਲ ਹੈ, ਬਰਾਬਰ ਦੀ ਸਿੱਖਿਆ ਦੇਣ ਦਾ ਅਧਿਕਾਰ ਹੈ। ਸਿੱਖਿਆ ਦੇਣ ਦੀ ਗੱਲ ਤੇ ਮੈਂ ਇੱਕ ਗੱਲ ਕਰਕੇ ਗੱਲ ਮੁਕਾਉਣੀ ਚਾਹਾਂਗਾ ਕਿ ਜਦੋਂ ਸਿੱਖਿਆ ਦੇਣ ਦੀ, ਬਰਾਬਰ ਦੀ ਗੱਲ ਕਰਦੇ ਨੇ ਤੇ ਭੁੱਲ ਜਾਂਦੇ ਨੇ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਿਹੜੇ ਸਰਕਾਰ ਵੱਲੋਂ ਚਲਾਏ ਜਾਂਦੇ ਨੇ, ਉਹਨਾਂ ਵਿੱਚ ਪੜ੍ਹਨ ਵਾਲੇ ਲੋਕਾਂ ਦੇ ਹਾਲਾਤ ਕੀ ਨੇ, ਤੇ ਉਹਨਾਂ ਲੋਕਾਂ ਦੇ ਹਾਲਾਤ ਕੀ ਨੇ ਜਿਹੜੇ ਪਬਲਿਕ ਸਕੂਲ, ਬਹੁਤ ਵੱਡੇ ਮਾਲਸ ਵਰਗੀਆਂ ਵੱਡੀਆਂ ਬਿਲਡਿੰਗਾਂ, 5 ਸਟਾਰ ਹੋਟਲਾਂ ਵਾਂਗਰ ਕੰਮ ਕਰਦੇ ਜਿਹੜੇ ਪਬਲਿਕ ਸਕੂਲ ਨੇ, ਉਹਨਾਂ ਦੇ ਵਿੱਚ ਉਹ ਸਿੱਖਿਆ ਲੈਂਦੇ ਨੇ। ਜੀ ਗੱਲ ਤਾਂ ਇਹ ਸੀ, ਜਿਸ ਵੇਲੇ ਇਲਾਹਾਬਾਦ ਹਾਈ ਕੋਰਟ ਨੇ ਅੱਜ ਤੋਂ 5 ਸਾਲ ਪਹਿਲਾਂ ਇਹ ਗੱਲ ਕਹੀ ਭਈ ਜਿਹੜੇ ਸਿੱਖਿਆ ਦਾ ਅਧਿਕਾਰ ਤਾਂ ਸਭ ਨੂੰ ਹੈ, ਪਰ ਜੀ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ। ਬਰਾਬਰ ਦੇ ਅਧਿਕਾਰ ਤੇ ਸਿੱਖਿਆ ਦਾ ਸਭ ਲਈ ਅਧਿਕਾਰ ਦੀ ਗੱਲ ਜਿਹੜੀ ਹੈ, ਉਹ ਇੱਕ ਵੱਖਰਾ ਇਸ਼ੂ ਹੈ ਕਿ ਹਰੇਕ ਨੂੰ ਜੀ 5ਵੀਂ ਤੱਕ 8ਵੀਂ ਤੱਕ ਲਾਜ਼ਮੀ ਸਿੱਖਿਆ ਹੋਵੇ। ਪਰ ਜੀ ਪਬਲਿਕ ਸਕੂਲਾਂ ਦੇ ਵਿੱਚ ਬੈਠ ਕੇ ਇੱਕ ਸਧਾਰਨ ਵਿਅਕਤੀ ਵੀ, ਇੱਕ ਸਧਾਰਨ ਵਿਅਕਤੀ ਦਾ ਬੱਚਾ ਵੀ ਉੱਥੇ ਸਿੱਖਿਆ ਪ੍ਰਾਪਤ ਕਰੇ, ਇਹ ਗੱਲ ਕਿਤੇ ਵੀ ਦਰਜ ਨਹੀਂ। ਭਾਵੇਂ ਕਿ ਜਦੋਂ ਇੱਕ ਕਾਨੂੰਨ ਲਾਗੂ ਹੋਇਆ, ਜਿਹੜਾ ਸਿੱਖਿਆ ਦਾ ਕਾਨੂੰਨ ਸੀ, ਜੀ ਉਹਦੇ ਵਿੱਚ ਦਰਜ ਕੀਤਾ ਗਿਆ ਕਿ ਇਹ ਪਬਲਿਕ ਸਕੂਲਾਂ ਵਿੱਚ ਵੀ 25% ਗਰੀਬ ਲੋਕਾਂ ਦੇ ਬੱਚੇ ਸਿੱਖਿਆ ਲੈਣ ਲਈ ਉੱਥੇ ਭਰਤੀ ਕੀਤੇ ਜਾਣੇ ਚਾਹੀਦੇ ਨੇ। ਪਰ ਇਹ ਜੀ ਖਾਨਾ ਪੂਰਤੀ ਵਾਲੀ ਗੱਲ ਹੋ ਗਈ। ਇਲਾਹਾਬਾਦ ਹਾਈ ਕੋਰਟ ਨੇ ਯੂਪੀ ਦੀ ਸਰਕਾਰ ਨੂੰ ਕਿਹਾ ਕਿ ਜਿਹੜੇ ਲੋਕ ਇਹ ਖਜ਼ਾਨੇ ਦੇ ਵਿੱਚੋਂ, ਯੂਪੀ ਦੇ ਖਜ਼ਾਨੇ ਦੇ ਵਿੱਚੋਂ ਮਾਇਆ ਕਢਾਉਂਦੇ ਨੇ, ਤਨਖਾਹਾਂ ਲੈਂਦੇ ਨੇ, ਚਾਹੇ ਉਹ MLA ਹੈ, MP ਹੈ, ਅਫਸਰ ਹੈ, IAS ਅਫਸਰ ਹੈ, ਛੋਟਾ ਅਫਸਰ ਹੈ, ਮਾਸਟਰ ਹੈ, ਕਲਰਕ ਹੈ, ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਸਿੱਖਿਆ ਦਿਵਾਵੇ। ਜੀ ਮੰਤਵ ਕੀਤੀ ਕਿ ਇਹਨਾਂ ਲੋਕਾਂ ਨੂੰ ਵੀ ਧਰਤੀ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਪਤਾ ਲੱਗੇ ਕਿ ਉਹ ਕਿਵੇਂ ਰਹਿੰਦੇ ਨੇ, ਕਿਵੇਂ ਉਹਨਾਂ ਦੇ ਹਾਲਾਤ ਮਾੜੇ ਨੇ, ਤੇ ਜੇ ਹਾਲਾਤ ਮਾੜੇ ਨੇ ਤੇ ਬਰਾਬਰਤਾ ਕਿੱਥੇ ਰਹਿ ਗਈ, ਜੇ ਹਾਲਾਤ ਮਾੜੇ ਨੇ ਤੇ ਇੱਕੋ ਜਿਹੀ ਸਿੱਖਿਆ ਕਿੱਥੇ ਰਹਿ ਗਈ। ਤੇ ਜਦੋਂ ਉਹ ਇੱਥੇ ਆ ਕੇ ਇਹਨਾਂ ਦੀ ਗੱਲ ਜ਼ਮੀਨੀ ਪੱਧਰ ਤੇ ਦੇਖਣਗੇ ਤਾਂ ਉਹਨਾਂ ਨੂੰ ਅਹਿਸਾਸ ਹੋਏਗਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਹੈ। ਸੋ ਜੀ ਅਸਮਾਨਤਾ ਤੇ ਸਮਾਨਤਾ ਦੀ ਗੱਲ ਇਸ ਗੱਲ ਦੇ ਨਾਲ ਜੁੜੀ ਹੋਈ ਹੈ। ਜਿਸ ਗੱਲ ਨੂੰ ਇਲਾਹਾਬਾਦ ਹਾਈ ਕੋਰਟ ਦੀ ਗੱਲ ਨੂੰ ਹਾਲੇ ਤਾਈਂ ਨਾ ਯੂਪੀ ਸਰਕਾਰ ਨੇ ਮੰਨਿਆ, ਪੰਜਾਬ ਦੀ ਸਰਕਾਰ ਤਾਂ ਉਹਨਾਂ ਤੋਂ ਦੂਰ ਬੜੀ ਆ, ਉਹਨਾਂ ਨੇ ਤਾਂ ਮੰਨਣਾ ਹੀ ਕੀ ਆ। ਹੋਰ ਸਰਕਾਰਾਂ ਨੇ ਵੀ ਇਸ ਪਾਸੇ ਦਰਵਾਜ਼ੇ ਨਹੀਂ ਖੜਕਾਏ, ਕਿਉਂਕਿ ਬਾਬੂਸ਼ਾਹੀ, ਨੌਕਰਸ਼ਾਹੀ ਇਸ ਢੰਗ ਦੇ ਨਾਲ ਹਿੰਦੁਸਤਾਨ ਦੇ ਵਿੱਚ ਕੰਮ ਕਰ ਰਹੀ ਹੈ, ਜਿਹੜੀ ਸਰਮਾਏਦਾਰੀ
ਕਾਰਪੋਰੇਟ ਸੈਕਟਰ ਦੇ ਲੋਕਾਂ ਦਾ ਇੱਕ ਟੂਲ ਬਣ ਕੇ ਕੰਮ ਕਰਦੀ ਹੈ, ਜੀ ਸਿਆਸਤਦਾਨਾਂ ਦਾ ਟੂਲ ਬਣ ਕੇ ਕੰਮ ਕਰਦੀ ਹੈ। ਜੀ ਉਹ ਇਸ ਢੰਗ ਦੇ ਨਾਲ ਕੰਮ ਕਰਦੀ ਹੈ ਜਿਹਦੇ ਨਾਲ ਮਨੁੱਖ ਦੇ ਅਧਿਕਾਰ ਜਿਹੜੇ ਨੇ ਐਵੇਂ ਕਿਵੇਂ ਬੁਝਣ, ਉਹ ਤਾਂ ਉੱਪਰੋਂ ਲੱਗਣ ਕੇ ਵਾਕੇ ਵੀ ਬਹੁਤ ਜ਼ਿਆਦਾ ਗਰੀਬ ਆਦਮੀ ਨੇ, ਬੜੇ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ, ਇਹਦਾ ਰੋਟੀ ਚੰਗੀ ਭਲੀ ਖਾਂਦਾ, ਪਰ ਇਸ ਗੱਲ ਲਈ ਭੁੱਲ ਜਾਂਦੇ ਨੇ ਕਿ ਫੂਡ ਐਕਟ ਲਾਗੂ ਕਰਕੇ 80 ਕਰੋੜ ਲੋਕਾਂ ਨੂੰ ਉਹਨਾਂ ਨੇ 1 ਰੁਪਈਆ ਕਿਲੋ ਅਨਾਜ ਦੇਣ ਦੀ ਗੱਲ ਕੀਤੀ ਆ, ਤੇ ਫਿਰ ਬਰਾਬਰ ਦੀ ਗੱਲ ਕਿੱਥੇ ਰਹਿ ਗਈ, ਸਮਾਨਤਾ ਦੀ ਗੱਲ ਕਿੱਥੇ ਰਹਿ ਗਈ? ਉਹਨਾਂ ਤੋਂ ਗਰੀਬੀ ਦਾਇਰੇ ਦੇ ਥੱਲੇ ਲੈ ਆਂਦਾ ਗਿਆ, ਇਹ ਵੀ ਪਹੁੰਚਲਾ ਕੇ ਵੀ ਇਹ ਜੀਦੇ ਜਾਗਦੇ ਰਹਿਣ ਤੇ ਸਾਡਾ ਵੋਟ ਬੈਂਕ ਬਣਦੇ। ਜੀ ਭਾਰਤ ਦੀ ਸੰਸਕ੍ਰਿਤੀ ਨੂੰ ਦੇਖੀਏ ਤਾਂ ਵੇਦਾਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਦਾ ਜੋ ਸਫ਼ਰ ਹੈ ਉਹ ਸਾਰੇ ਦਾ ਸਾਰਾ ਸਫ਼ਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਤੇ ਨਾਲ ਦੀ ਨਾਲ ਕੁਦਰਤ ਦੇ ਬਣਾਏ ਹੋਏ ਸਾਰੇ ਜੀਵਾਂ ਦੇ ਅਧਿਕਾਰਾਂ ਦੀ ਗੱਲ ਕਰਦਾ ਹੈ, ਵਾਤਾਵਰਣ ਦੇ ਅਧਿਕਾਰਾਂ ਦੀ ਗੱਲ ਕਰਦਾ ਹੈ, ਸਭਨਾਂ ਦੇ ਅਧਿਕਾਰਾਂ ਦੀ ਗੱਲ ਕਰਦਾ ਹੈ। ਇੱਕ ਨੂਰ ਤੇ ਸਭ ਜਗ ਉਪਜਿਆ, ਇਸ ਦੀ ਗੱਲ ਕਰਦਾ ਹੈ। ਤੇ ਹੁਣ ਜਦੋਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਕੀ ਕਿਸਾਨ ਅੰਦੋਲਨ ਇਹ ਭਾਰਤ ਦੀ ਸੰਸਕ੍ਰਿਤੀ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣ ਵਿੱਚ ਸਫਲ ਹੋਇਆ ਹੈ ਤੇ ਇਸ ਨੇ ਜਾਗਰੂਕ ਕੀਤਾ ਹੈ ਸਾਰੇ ਸੰਸਾਰ ਨੂੰ, ਸਾਂਝ ਨੂੰ ਤੇ ਸਵੈਮਾਨ ਨੂੰ ਕਿ ਅਸੀਂ ਆਪਣੇ ਹੱਕਾਂ ਲਈ ਖੜੇ ਹੋ ਜਾਈਏ, ਅਸੀਂ ਆਪਣੇ ਇੱਜ਼ਤ ਲਈ ਖੜੇ ਹੋ ਜਾਈਏ, ਅਸੀਂ ਆਪਣੀ ਜ਼ਿੰਦਗੀ ਦੀ ਕੁਆਲਿਟੀ ਬਿਹਤਰ ਬਣਾਉਣ ਵਾਸਤੇ ਖੜੇ ਹੋ ਜਾਈਏ, ਅਸੀਂ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਕ੍ਰਾਂਤੀ ਨੂੰ ਲੈ ਕੇ ਚੱਲੀਏ ਤੇ ਇੱਕ ਨਵਾਂ ਸਮਾਜ ਸਿਰਜੀਏ, ਇੱਕ ਨਵੀਂ ਦੁਨੀਆ ਸਿਰਜੀਏ, ਇੱਕ ਨਵਾਂ ਸੁਨਹਿਰੀ ਭਵਿੱਖ ਸਿਰਜੀਏ। ਬਿਲਕੁਲ, ਤੁਸੀਂ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਕਿ ਸਿੱਖ ਧਰਮ ਨੇ ਇੱਕ ਇਹੋ ਜਿਹੀ ਰੋਸ਼ਨੀ ਦਿਖਾਈ ਹੈ ਜਿਹੜੀ ਬਰਾਬਰਤਾ ਦੀ ਗੱਲ ਕਰਦੀ ਹੈ। ਜੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜ਼ਾਨ ਦੀ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜੀ ਗਰੀਬ ਪੀਰ ਦੇ ਪਾੜੇ ਨੂੰ ਦਰਸਾਉਣ ਵਾਲੀ ਗੱਲ ਵੀ ਹੈ। ਵਾਤਾਵਰਣ ਦੀ ਸੁਰੱਖਿਆਤਾ ਦੀ ਵੀ ਗੱਲ ਕੀਤੀ, ਵਾਤਾਵਰਣ ਦੇ ਨਾਲ ਮੋਹ ਦੀ ਵੀ ਗੱਲ ਕੀਤੀ ਹੈ, ਪਵਨ ਗੁਰੂ ਪਾਣੀ ਪਿਤਾ ਦੀ ਵੀ ਗੱਲ ਕੀਤੀ ਹੈ। ਇਹ ਸਾਰਾ ਕੁਝ ਜਦੋਂ ਧਾਰਮਿਕ ਅਕੀਦੇ ਦੇ ਤੌਰ ਤੇ ਸਾਡੇ ਸਾਹਮਣੇ ਆਉਂਦਾ ਹੈ ਤੇ ਇੱਕ ਆਦਰਸ਼ਕ ਸਮਾਜ ਜਿਸ ਦੇ ਵਿੱਚ ਸਮਾਨਤਾ ਹੈ, ਬਰਾਬਰਤਾ ਹੈ, ਇੱਕ ਹੱਕ ਨੇ ਜਿਹੜੇ ਉਸਨੇ ਇਹ ਧਰਤੀ ਦੇ ਉੱਤੇ ਆ ਕੇ ਪ੍ਰਾਪਤ ਕਰਨੇ ਨੇ ਔਰ ਆਪਣੇ ਢੰਗ ਦੇ ਨਾਲ ਸੁਤੰਤਰ ਤੌਰ ਤੇ ਜਿਉਣਾ ਹੈ। ਤੋ ਇਸ ਸਾਰੇ ਕੁਝ ਦੇ ਦਰਮਿਆਨ ਮੇਰੀ ਸਮਝ ਇਹ ਕਹਿੰਦੀ ਹੈ ਉਹ ਇਹ ਕਿ ਅਸਮਾਨਤਾ ਨੂੰ ਖਤਮ ਕਰਨ ਲਈ ਲੋਕ ਰਾਏ ਬਣਾ ਕੇ ਉਹਨਾਂ ਲੋਕਾਂ ਦੇ ਹੱਕ ਵਿੱਚ ਜੂਝਣ ਦੀ ਲੋੜ ਹੈ ਜਿਹੜੇ ਲੋਕ ਸਿੱਧੇ ਤੌਰ ਤੇ ਮੈਂ ਕਹਾਂ ਕਿ ਸਿਰਫ ਮਨੁੱਖੀ ਅਧਿਕਾਰਾਂ ਦਾ ਹੀ ਹਨਨ ਨਹੀਂ ਕਰਦੇ, ਮਨੁੱਖ ਦੀਆਂ ਹਰ ਕਿਸਮ ਦੀਆਂ ਲੋੜਾਂ ਥੋੜਾਂ ਦਾ ਹਨਨ ਕਰਦੇ ਨੇ, ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਤੇ ਇਸ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਪੀੜਾ ਵਧਾਉਣ ਦਾ ਯਤਨ ਕਰਦੇ ਨੇ। ਰੂਸ ਦੇ ਵਿੱਚ ਇਨਕਲਾਬ ਹੋਇਆ, ਚੀਨ ਦੇ ਵਿੱਚ ਇਨਕਲਾਬ ਹੋਇਆ, ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਇਨਕਲਾਬ ਹੋਏ, ਬਰਾਬਰ ਦੀ ਵੰਡ ਦੇਣ ਦੀ ਗੱਲ ਹੋਈ, ਇੱਕ ਕਮਿਊਨਿਜ਼ਮ ਤੇ ਸਮਾਜਵਾਦੀ ਸਮਾਜ ਦੀ ਗੱਲ ਜਿਹੜੀ ਹੈ ਉੱਥੇ ਹੋਈ, ਭਾਵੇਂ ਬਾਅਦ ਵਿੱਚ ਬਹੁਤ ਸਾਰੇ ਹਾਲਤਾਂ ਦੇ ਵਿੱਚ ਉੱਥੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ, ਹਾਕਮ ਧਿਰ ਨੇ ਕੱਟੜਵਾਦ ਦੇ ਨਾਲ ਆਪਣੇ ਢੰਗ ਦੇ ਨਾਲ ਉੱਥੋਂ ਦੇ ਲੋਕਾਂ ਦੇ ਅਧਿਕਾਰਾਂ ਦਾ ਹਨਨ ਵੀ ਕਰਨਾ ਸ਼ੁਰੂ ਕੀਤਾ। ਪਰ ਇੱਕ ਗੱਲ ਸਾਹਮਣੇ ਆਈ ਕਿ ਜੋ ਕੁਝ ਇਸ ਧਰਤੀ ਦੇ ਉੱਤੇ ਕੁਦਰਤ ਨੇ ਮਨੁੱਖ ਨੂੰ ਸੌਂਪਿਆ ਹੈ ਉਸ ਤੇ ਸਭਨਾਂ ਦਾ ਬਰਾਬਰ ਦਾ ਅਧਿਕਾਰ ਹੈ। ਸਭਨਾਂ ਨੂੰ ਰੋਟੀ ਮਿਲਣੀ ਚਾਹੀਦੀ ਹੈ, ਸਭਨਾਂ ਨੂੰ ਕੱਪੜਾ ਮਿਲਣਾ ਚਾਹੀਦਾ ਹੈ, ਸਭਨਾਂ ਨੂੰ ਆਪਣਾ ਸਿਰ ਢੱਕਣ ਲਈ ਛੱਤ ਮਿਲਣੀ ਚਾਹੀਦੀ ਹੈ ਤੇ ਚੰਗਾ ਵਾਤਾਵਰਣ ਮਿਲਣਾ ਚਾਹੀਦਾ ਹੈ। ਮਨੁੱਖ ਦੀਆਂ ਤਾਂ ਇਹੋ ਹੀ ਲੋੜਾਂ ਨੇ। ਇਹ ਲੋੜਾਂ ਕਦੇ ਪੂਰੀਆਂ ਹੋਣਗੀਆਂ ਜੇ ਇੱਕ ਸਭ्य ਸਮਾਜ ਦੀ ਸਿਰਜਣਾ ਹੋਏਗੀ, ਇੱਕ ਚੰਗੀ ਲੋਕ ਭਲਾਈ ਕਰਨ ਵਾਲੀ ਸਰਕਾਰ ਹੋਏਗੀ। ਮਾੜੇ ਪੈੜੇ ਮਾਫੀਆ ਦੇ ਨਾਲ ਜੁੜੇ ਹੋਏ ਸਿਆਸਤਦਾਨ ਜਿਹੜੇ ਨੇ ਉਹ ਇਸ ਦੁਨੀਆ ਤੇ ਨਹੀਂ ਦਿਸਣਗੇ। ਜਿਹੜੇ ਲੋਕ ਵੱਡੀਆਂ ਜੰਗਾਂ ਦੀ ਗੱਲ ਕਰਦੇ ਨੇ, ਜਿਹੜੇ ਲੋਕ ਐਟਮ ਬੰਬ ਚਲਾਉਣ ਦੀ ਗੱਲ ਕਰਦੇ ਨੇ, ਉਹ ਅਸਲ ਵਿੱਚ ਵਿਨਾਸ਼ਕਾਰੀ ਨੇ, ਇਸ ਸਮਾਜ ਲਈ ਘਾਤਕ ਨੇ ਔਰ ਉਹਨਾਂ ਦਾ ਇਸ ਦੁਨੀਆ ਦੇ ਉੱਤੇ ਨਾਮ ਜਿਹੜਾ ਹੈ ਉਹ ਸਿਰਫ ਤੇ ਸਿਰਫ ਉਹੀ ਸਿਆਣੇ ਬੜੇ ਜਗਦੀ ਜੋਤ ਵਾਲੇ ਜਿਹੜੇ ਲੋਕ ਨੇ ਉਹੀ ਇਹਨਾਂ ਲੋਕਾਂ ਨੂੰ ਸਬਕ ਸਿਖਾ ਸਕਦੇ ਨੇ, ਜਿਹਦੀ ਉਦਾਹਰਨ ਤੁਸੀਂ ਹੁਣੇ ਦੇ ਕੇ ਹਟੇ। ਬਹੁਤ ਬਹੁਤ ਸ਼ੁਕਰੀਆ ਪਲਾਈ ਸਾਹਿਬ ਕਿ ਤੁਸੀਂ ਇੰਨੀਆਂ ਪਿਆਰੀਆਂ ਤੇ ਇੰਨੀਆਂ ਸੂਝਵਾਨ ਆਪਣੀਆਂ ਯੁਕਤੀਆਂ ਸਾਨੂੰ ਦੱਸੀਆਂ ਤੇ ਸਾਨੂੰ ਸੇਧ ਦੇਣ ਦੀ ਇੱਕ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ।
ਤੇ ਇਸੇ ਤਰ੍ਹਾਂ ਹੀ ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।